ਅੱਜ ਅਸੀਂ 963 ਅੰਗ ਤੋਂ 963 ਜਿਹੜੀ ਰਾਮਕਲੀ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹੀ ਦੀ ਵਾਰ ਹੈਗੀ ਉਹਦੀ 13ਵੀਂ ਪੌੜੀ ਲੈਣ ਲੱਗੇ ਹਾਂ। ਉਸ ਤੋਂ ਪਹਿਲਾਂ ਸ਼ਲੋਕ ਹੈਗੇ, ਸ਼ਲੋਕਾਂ ਦੇ ਨਾਲ ਪੌੜੀਆਂ ਹੈਗੀਆਂ ਭਾਈ ਸਟੈਪ ਅਪ ਇਸ ਤਰੀਕੇ ਦੇ ਨਾਲ ਅਸੀਂ ਆਪਣਾ ਜੀਵਨ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ ਹੌਲੀ ਹੌਲੀ ਜਿਹੜਾ ਹੈਗਾ ਆਪਣੇ ਉਸਤਾਦ ਦੇ ਨਾਲ, ਗੁਰੂ ਦੇ ਨਾਲ, ਸਤਿਗੁਰੂ ਦੇ ਨਾਲ, ਬ੍ਰਹਮ ਗਿਆਨੀਆਂ ਦੇ ਨਾਲ ਆਪਾਂ ਉਹਨਾਂ ਦੀ ਗਾਈਡੈਂਸ ਦੇ ਵਿੱਚ ਜੋ ਕਹਿ ਰਹੇ ਉਹ ਕਾਰਵਾਈ ਕਰਕੇ ਆਪਾਂ ਇਹ ਪੌੜੀਆਂ ਉੱਪਰ ਚੜ੍ਹ ਸਕਦੇ ਹਾਂ। ਇਹ ਇੱਕ ਦਿਨ 'ਚ ਪੜਾਕਾ ਨਹੀਂ ਪੈਣਾ, ਪਰ ਜਿਹੜਾ ਚੱਲ ਪਿਆ, ਜਿਹੜਾ ਸਿੰਸੀਅਰ ਹੈਗਾ ਉਹ ਜ਼ਰੂਰ ਜਿਹੜਾ ਹੈਗਾ ਉਹ ਚੜ੍ਹਦਾ ਜਾਏਗਾ ਜੀ। ਔਰ ਉਹਨੂੰ ਜਿਹੜਾ ਹੈਗਾ ਨਾਲ ਜਿਹੜਾ ਹੈਗਾ ਪਰਮਾਤਮਾ ਜਿਹੜਾ ਹੈਗਾ ਉਹਨੂੰ ਚੋਗਾ ਦੇਈ ਜਾਂਦਾ ਹੈ। ਅਸਲੀ ਆਤਮਾ ਦੀ ਖੁਰਾਕ ਉਹ ਨਾਲ ਦਿੰਦਾ ਹੈ। ਸ਼ਲੋਕ ਮਹਲਾ ਤੀਜਾ, ਸੌਰੀ ਮਾਫ ਕਰਨਾ ਜੀ, ਸ਼ਲੋਕ ਮਹਲਾ ਪੰਜਵਾਂ। ਆ ਜਾਓ ਪਿਆਰਿਓ, ਸ਼ਲੋਕ ਮਹਲਾ ਪੰਜਵਾਂ, ਅੰਗ 963। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕੁਸੁੰਬੈ ਭੁੱਲੀ। ਸੁਖੀ ਜੀ ਦੇਖੋ ਇੱਥੋਂ ਹੀ ਸ਼ੁਰੂ ਹੋ ਰਹੀ ਹੈ ਗੱਲ ਜਿਹੜੀ ਆਪਣੇ ਬਚਨ ਹੋਏ ਹੈ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕੁਸੁੰਬੈ ਭੁੱਲੀ। ਕੁਸੁੰਬਾ ਜਿਹੜਾ ਹੁੰਦਾ ਬਹੁਤ ਸੋਹਣਾ ਫੁੱਲ ਹੁੰਦਾ ਹੈ, ਉਹਦਾ ਰੰਗ ਕੱਚਾ ਹੁੰਦਾ। ਇਸੇ ਤਰੀਕੇ ਦੇ ਨਾਲ ਇਹ ਮਾਲਕ ਨੇ ਜਿਹੜੀ ਗੇਮ ਪਾਈ ਹੈ, ਇਹਨੂੰ ਤੁਸੀਂ ਜਿਹੜੀ ਮਾਇਆ ਕਹਿ ਸਕਦੇ ਆ, ਪਰ ਇਸਤਰੀ ਪਰ ਮਰਦ ਜੋ ਵੀ ਕਹਿ ਲਓ। ਔਰ ਇਹਨੂੰ ਜਿਹੜਾ ਹੈਗਾ ਸੱਸ ਵੀ ਕਹਿੰਦੇ ਆ, ਜਿਹੜੀ ਪਤੀ ਪਰਮਾਤਮਾ ਤੋਂ ਜਿਹੜਾ ਹੈਗਾ ਉਹਨੂੰ ਮਿਲਣ ਨਹੀਂ ਦਿੰਦੀ। ਅਤੇ ਇਹ ਜਿਹੜੀ ਖੇਡ ਪਾਈ ਹੋਈ ਆ ਮਾਲਕ ਪਰਮਾਤਮਾ ਦੀ ਖੇਡ ਹੈਗੀ ਆ। ਅਤੇ ਕਹਿੰਦੇ ਮੈਂ ਇਹ ਖੇਡ ਜਿਹੜੀ ਹੈਗੀ ਆ ਇਹ ਕੁਸੁੰਬੇ ਦੇ ਰੰਗ ਦੇ ਵਿੱਚ, ਸਵਾਦਾਂ ਦੇ ਵਿੱਚ, ਪਦਾਰਥਾਂ ਦੇ ਵਿੱਚ ਜਿਹੜਾ ਇਹ ਚੋਗਾ ਖਿਲਾਰਿਆ ਹੋਇਆ ਸੀਗਾ, ਇਹਦੇ ਵਿੱਚ ਮੈਂ ਭੁੱਲ ਗਈ। ਕਿੰਨੇ ਜਨਮਾਂ ਦੀ ਮੈਂ ਭੁੱਲੀ ਪਈ ਹਾਂ। ਮਿੱਤਰ ਪਿਆਰਾ ਜਿਹੜਾ ਪਰਮਾਤਮਾ ਮਿੱਤਰ ਮੇਰਾ ਹੈਗਾ, ਅਸਲੀ ਮਿੱਤਰ ਮੇਰਾ ਪਿਆਰਾ, ਜਿਹੜਾ ਮੈਨੂੰ ਨਹੀਂ ਭੁੱਲਦਾ, ਜਿਹੜਾ ਮੈਨੂੰ ਬਾਰ ਚਾਂਸ ਦੇ ਰਿਹਾ, ਬਾਰ ਚਾਂਸ ਦੇ ਰਿਹਾ, ਔਰ ਬਾਰ ਮੈਨੂੰ ਸਾਰਾ ਕੁਛ ਪ੍ਰੋਵਾਈਡ ਕਰ ਰਿਹਾ ਹੈ ਮਾਲਕ ਪਰਮਾਤਮਾ। ਹਵਾ, ਪਾਣੀ, ਅੱਗ, ਸਾਰਾ ਖਾਣ ਪਦਾਰਥ, ਸਾਰੀਆਂ ਚੀਜ਼ਾਂ ਬਾਰ ਦੇ ਰਿਹਾ। ਉਹ ਮੇਰਾ ਰੀਅਲ ਦੇਖੋ ਆਪਣਾ ਪਿਆਰਾ ਹੈਗਾ, ਰੀਅਲ ਮਿੱਤਰ ਹੈਗਾ। ਉਹ ਥੋੜ੍ਹੀ ਨਾ ਆਪਣੇ ਅਵਗੁਣ ਦੇਖਦਾ ਹੈ, ਉਹ ਥੋੜ੍ਹੀ ਨਾ ਆਪਾਂ ਨੂੰ ਕਿਤੇ ਜਿਹੜਾ ਕਿਸੇ ਰਸਤੇ ਦੇ ਵਿੱਚ ਆਪਾਂ ਨੂੰ। ਹਾਂਜੀ, ਕਿਸੇ ਦਾ ਮਾਈਕ ਖੁੱਲ੍ਹਾ ਹੈ ਜੀ। ਹਾਂਜੀ ਦੇਖੋ ਇਹ ਬਹੁਤ ਵੱਡੀ ਗੱਲ ਆ, ਭਾਗਾਂ ਵਾਲੀ ਗੱਲ ਆ ਕਿ ਪਤਾ ਲੱਗ ਗਿਆ ਮੈਂ ਕੁਸੁੰਬੇ ਦੇ ਰੰਗ ਨਾਲ ਚਿੰਬੜੀਆਂ ਜੀ, ਮਿੱਤਰ ਪਿਆਰਾ ਛੱਡ ਕੇ। ਨਹੀਂ ਆਮ ਦੁਨੀਆ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਜੀ, ਉਹ ਤਾਂ ਇਹੇ ਨੂੰ ਲਾਲ ਰੰਗ ਸਮਝ ਕੇ ਮਤਲਬ ਆਪਦਾ ਵਸਤ ਹੋਏ ਪਏ ਆ ਜੀ। ਨਹੀਂ, ਬਾਣੀ ਜਿਹੜੀ ਉਹਨਾਂ ਦੇ ਵਾਸਤੇ ਨਹੀਂ ਹੈਗੀ ਵੀਰ ਜੀ। ਇਸ ਬਾਣੀ ਨੇ ਆਪਾਂ ਨੂੰ ਲਭਾਇਆ ਹੈਗਾ। ਬਾਣੀ ਹੈ ਹੀ ਜਿਹੜੀ ਹੈਗੀ ਆ, ਜਿਨ੍ਹਾਂ ਨੂੰ ਪਤਾ ਲੱਗ ਗਿਆ ਉਹਨਾਂ ਦੇ ਵਾਸਤੇ। ਉਹ ਵੀ ਵੀਰ ਜੀ ਆਮ ਬੰਦੇ ਮੇਰੇ ਜਿਹੜੇ ਆਮ ਸਿੱਖ ਆ ਜਿਹੜੇ ਸੁਣਦੇ ਆ, ਮਤਲਬ ਉਹਨਾਂ ਵਾਸਤੇ ਵੀ ਉਦੋਂ ਵੀ ਉੱਚੇ ਲੈਵਲ ਦੀ ਆ ਜੀ, ਜਿਹਨੂੰ ਪਤਾ ਲੱਗ ਗਿਆ ਕਿ ਮੈਂ ਤਾਂ ਗਲਤ ਰਸਤੇ ਤੇ ਚੱਲ ਰਿਹਾ ਜੀ। ਮੇਰਾ ਮਤਲਬ ਕਹਿਣ ਤੋਂ ਇਹ ਆ ਜੀ। ਨਹੀਂ ਕੋਈ ਗੱਲ ਨਹੀਂ ਵੀਰ ਜੀ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਮਤਲਬ ਦੇਖੋ ਚੁਆਇਸ ਆਪਣੀ ਹੈਗੀ ਨਾ। ਛੱਡ ਗਵਾਇਆ ਮਤਲਬ ਜਿਹੜਾ ਹੈਗਾ ਕਿਸੇ ਨੇ ਕਿਹਾ ਤਾਂ ਨਹੀਂ ਸੀਗਾ ਬਈ ਛੱਡ ਦੇ। ਰੰਗ ਕੁਸੁੰਬੈ ਭੁੱਲੀ, ਕਹਿੰਦੇ ਮੈਂ ਭੁੱਲ ਗਈ। ਭੁੱਲਣਾ ਜਿਹੜਾ ਹੈਗਾ ਗਲਤੀ ਮੇਰੀ ਹੈਗੀ, ਮੈਂ ਭੁੱਲ ਗਈ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕੁਸੁੰਬੈ ਭੁੱਲੀ। ਕਿਉਂਕਿ ਮਾਇਆ ਤਾਂ ਨਹੀਂ ਕਹਿੰਦੀ ਬਈ ਮੈਂ ਜਿਹੜਾ ਹੈਗਾ ਤੂੰ ਮੈਨੂੰ ਜ਼ਬਰਦਸਤੀ ਜਿਹੜਾ ਹੈਗਾ ਤੂੰ ਨਹੀਂ, ਮੈਂ ਤੇਰਾ ਜੀਵਨ ਨਸ਼ਟ ਕਰ ਦੂੰਗੀ ਜੇ ਮੈਂ ਤੈਨੂੰ ਖਤਮ ਕਰ ਦੂੰਗੀ, ਮੈਂ ਤੈਨੂੰ ਯਾਤਰਾ ਨਹੀਂ ਕਰਨ ਦੇਣੀ, ਤੂੰ ਮੈਨੂੰ ਮਾਣ ਨਾ, ਐਵੇਂ ਤਾਂ ਨਹੀਂ ਕਹਿੰਦੀ ਮਾਇਆ। ਚੁਆਇਸ ਆਪਣੀ ਹੈਗੀ ਆ, ਭੁੱਲੇ ਆਪਾਂ ਹੈਗੇ ਆ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡੇ ਗਵਾਇਆ, ਗਵਾ ਦਿੱਤਾ, ਛੱਡ ਦਿੱਤਾ।
ਪ੍ਰਾਇਰਟੀ ਜਿਹੜੀ ਹੈਗੀ ਉਹ ਮਾਇਆ ਨੂੰ ਦਿੱਤੀ, ਇਹ ਪਦਾਰਥਾਂ ਨੂੰ ਦਿੱਤੀ। ਮਾਲਕ ਪਰਮਾਤਮਾ ਨਹੀਂ ਚਾਹੀਦਾ। ਇਹ ਸਿੱਧੀ ਲੈਂਗੁਏਜ 'ਚ ਬੋਲੀਏ ਤੇ ਆਪਾਂ ਨੇ ਆਹ ਚੀਜ਼ ਮਾਲਕ ਨੂੰ ਸੈੱਟ ਅਸਾਈਡ ਕਰਤਾ। ਦੋਨਾਂ ਦੇ ਵਿੱਚ ਕੰਪੈਰੀਜ਼ਨ ਦੇ ਵਿੱਚ ਮਾਇਆ ਨੂੰ ਆਪਾਂ ਨੇ ਚੂਜ਼ ਕਰ ਲਿਆ। ਇੱਥੇ ਪ੍ਰੋਬਲਮ ਹੈਗੀ ਆ। ਦੇਖੋ ਆਹ ਹੈਗਾ ਇਹ ਜਿਹੜਾ ਹੈਗਾ ਮੇਜਰ ਜਿਹੜਾ ਹੈਗਾ ਡਿਫੈਕਟ। ਸ਼ਲੋਕ ਮਹੱਲਾ ਪੰਜਵਾਂ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡੇ ਗਵਾਇਆ, ਰੰਗ ਕੁਸੁੰਬੇ ਭੁੱਲੀ। ਆਪਾਂ ਹਰ ਰੋਜ਼ ਆਹੀ ਕੁਛ ਕਰ ਰਹੇ ਹਾਂ, ਮਿੱਤਰ ਨੂੰ ਪ੍ਰਾਇਰਟੀ ਨਹੀਂ ਦੇ ਰਹੇ, ਆਪਾਂ ਮਾਇਆ ਨੂੰ ਪ੍ਰਾਇਰਟੀ ਦੇ ਰਹੇ ਹਾਂ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡੇ ਗਵਾਇਆ, ਰੰਗ ਕੁਸੁੰਬੇ ਭੁੱਲੀ। ਕਿਉਂਕਿ ਸਵਾਦ ਹੈਗੇ ਉਹਦੇ ਵਿੱਚ, ਜਿਹੜਾ ਹੈਗਾ ਸੋਹਣਾਪਨ ਹੈਗਾ ਉਹ ਲਲਚਾ ਦਿੰਦੀ ਆ, ਉਹ ਖਿਡੌਣੇ ਜਿਹੜੇ ਹੈਗੇ ਦਿਖਾਉਂਦੀ ਆ, ਜੋ ਵੀ ਜਿਹੜਾ ਸਵਾਦ ਦਿੰਦੀ ਆ ਉਹਦੇ ਵਿੱਚ ਭੁੱਲ ਜਾਂਦੇ ਆਪਾਂ। ਤਾਓ ਸੱਜਣ ਕੀ ਮੈਂ ਕੀਮ ਨਾ ਪਾਉਂਦੀ। ਦੇਖੋ ਬਿਲਕੁਲ ਕਹਿੰਦੇ ਮੈਨੂੰ ਨਹੀਂ ਚਾਹੀਦਾ, ਮੈਨੂੰ ਤਾਂ ਮਾਇਆ ਚਾਹੀਦੀ, ਮੈਨੂੰ ਸਵਾਦ ਚਾਹੀਦੇ, ਮੈਨੂੰ ਰਸਕਸ ਚਾਹੀਦੇ। ਆਹੀ ਆਪਣੀ ਡਿਮਾਂਡ ਹੈਗੀ, ਆਹੀ ਆਪਣਾ ਜੀਵਨ ਹੈਗਾ। ਤਾਓ ਸੱਜਣ ਕੀ ਮੈਂ ਕੀਮ ਨਾ ਪਾਉਂਦੀ, ਹਾਂ ਤੁਧ ਬਿਨ ਅੱਡ ਨਾ ਲਹੰਦੀ। ਔਰ ਮਿਲਦਾ ਕੁਛ ਵੀ ਨਹੀਂ, ਅੱਧੀ ਕੌਡੀ ਵੀ ਨਹੀਂ ਮਿਲਦੀ ਆਪਾਂ ਨੂੰ। ਜਿੰਨਾ ਵੀ ਜੀਵਨ ਆਪਾਂ ਨੇ ਗੁਜ਼ਾਰ ਦਿੱਤਾ ਹੈ, ਬਾਕੀ ਛੱਡੋ ਜੂਨਾਂ ਦੇ ਵਿੱਚ ਪਿਛਲਾ ਆਪਾਂ ਨੂੰ ਕੋਈ ਪਤਾ ਨਹੀਂ। ਆਹ ਜੀਵਨ ਤਾਂ ਪਿਛਲਾ ਲਿਸ਼ਕਾਰੇ ਮਾਰਦਾ ਹੈ। ਇਹ ਤਾਂ ਬਿਲਕੁਲ ਕਲੀਅਰ ਕੱਟ ਦੱਸਦਾ ਹੈ ਵੀ ਦੱਸੋ ਬਈ ਕੀ ਆਊਟਪੁੱਟ ਹੈਗੀ ਆ। ਅੱਧੀ ਕੌਡੀ ਹੈਗੀ ਆ, ਕੋਈ ਅੱਧੀ ਕੌਡੀ ਦਾ ਕੰਮ ਕੀਤਾ ਹੈ ਕੋਈ। ਕਹੋ ਸੱਜਣ ਕੀ ਮੈਂ ਕੀਮ ਨਾ ਪਾਉਂਦੀ, ਹਾਂ ਤੁਧ ਬਿਨ ਅੱਡ ਨਾ ਲਹੰਦੀ। ਫਿਰ ਵੀ ਜਿਹੜਾ ਹੈਗਾ ਨਹੀਂ, ਆਪਾਂ ਨੇ ਅਗਲਾ ਜੀਵਨ ਵੀ ਇਸੇ ਤਰ੍ਹਾਂ ਗਵਾਉਣਾ ਹੈ। ਮਾਇਆ ਹੈ, ਆਹੀ ਤਾਂ ਗੱਲ ਹੈਗੀ ਆ। ਅਗਲਾ ਸ਼ਲੋਕ ਆ ਗਿਆ ਇਸੇ ਪਾਤਸ਼ਾਹੀ ਦਾ, ਮਹੱਲਾ ਪੰਜਵਾਂ। ਸਸ ਵਿਰਾਇਣ ਨਾਨਕ ਜੀਓ, ਸਸੁਰਾਵਾਦੀ ਜੇਠੋ ਪਉ ਪੋਲੂ ਹੈ। ਆ ਦੇਖੋ ਹੁਣ ਕੀ ਹੋ ਗਿਆ। ਕਹਿੰਦੇ ਹੁਣ ਨਹੀਂ ਮੈਂ ਛੱਡਦੀ, ਨਾ ਬਸ ਹੁਣ ਨਹੀਂ, ਬਹੁਤ ਹੋ ਗਿਆ, ਹੁਣ ਨਹੀਂ, ਹੁਣ ਮੈਨੂੰ ਮਿੱਤਰ ਚਾਹੀਦਾ ਹੈ, ਹੁਣ ਗੁਰੂ ਦੇ ਅਨੁਸਾਰ ਜੀਵਨ ਸ਼ੁਰੂ ਹੋ ਗਿਆ। ਇੱਕਦਮ ਜਿਹੜਾ ਯੂ ਟਰਨ ਹੋ ਗਿਆ, ਸ਼ਿਫਟ ਹੋ ਗਈ ਇੱਕਦਮ। ਸਸ ਵਿਰਾਇਣ ਕਹਿੰਦੇ ਵੈਰੀ। ਇਹ ਮਾਇਆ ਜੋ ਸਵਾਦ ਚੋਗਾ ਖਿਲ ਰਿਹਾ ਹੋਇਆ ਸੀਗਾ, ਕਹਿੰਦੇ ਮੇਰਾ ਵੈਰੀ ਹੈ ਇਹ ਆਪਾਂ ਇਹਦੇ ਨਾਲ ਜੱਫੀਆਂ ਪਾਉਂਦੇ ਆ, ਇਹ ਤਾਂ ਵੈਰੀ ਹੈ। ਕਹਿੰਦੇ ਇਹ ਤਾਂ ਆਪਾਂ ਨੂੰ ਹਰਾ ਰਹੀ ਹੈ, ਖਾ ਰਹੀ ਹੈ ਆਪਣਾ ਮਨੁੱਖੀ ਜੀਵਨ। ਸਸ ਵਿਰਾਇਣ ਨਾਨਕ ਜੀਓ ਕਹਿ ਰਹੇ ਮਹਾਰਾਜ। ਸਸ ਵਿਰਾਇਣ ਨਾਨਕ ਜੀਓ, ਸਸੁਰਾਵਾਦੀ। ਸਸੁਰਾ ਕੌਣ ਹੋਇਆ? ਸਸੁਰਾ ਹੋਇਆ ਆ ਸਰੀਰ। ਬਸ ਇਹ ਕਹਿੰਦਾ ਹੈ ਜਿੰਨੇ ਵੀ ਚੋਗੇ ਹੈਗੇ ਦੇਖ ਲਓ, ਆਪਣੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਸਰੀਰ ਹੈਗਾ। ਇਹ ਕਹਿੰਦਾ ਦੇ, ਆ ਵੀ ਦੇ, ਉਹ ਵੀ ਦੇ, ਆ ਵੀ ਖੜਾ, ਉਹ ਵੀ ਪੜਾ, ਆ ਵੀ ਦਿਖਾ, ਆ ਵੀ ਸੁਣਾ, ਇੱਥੇ ਵੀ ਚੱਲ, ਉੱਥੇ ਵੀ ਚੱਲ। ਨਹੀਂ ਚੱਲਾਂਗੇ ਤੇ ਵਾਦ ਵਿਵਾਦ ਕਰਦਾ ਹੈ, ਲੜਾਈ ਕਰਦਾ ਹੈ। ਮਨ ਦੇਖ ਲਓ, ਮੰਨਦਾ ਹੈ ਮਨ। ਸਸ ਵਿਰਾਇਣ ਨਾਨਕ ਜੀਓ, ਸਸੁਰਾਵਾਦੀ। ਵਾਦੀ ਮਤਲਬ ਝਗੜਾ ਕਰਨ ਵਾਲਾ। ਜੇਠੋ ਪਉ ਪੋਲੂ ਹੈ। ਉਸ ਤੋਂ ਬਾਅਦ ਫਿਰ ਜੇਠ ਆ ਜਾਂਦਾ ਹੈ ਭਾਈ, ਉਮਰ ਖਤਮ ਹੋ ਜਾਂਦੀ ਆ। ਤੇ ਅੱਗੇ ਜਿਹੜਾ ਹੈਗਾ ਧਰਮਰਾਜ ਜਿਹੜਾ ਜੂਨਾਂ ਚ ਪਾ ਕੇ ਸੇਕ ਦਿੰਦਾ ਹੈ ਅੱਗ ਦੇ ਵਿੱਚ, ਜਿਵੇਂ ਜੂਨਾ ਹੈ ਸਮਝ ਲਓ, ਲੂ ਦਿੰਦਾ ਹੈ ਉਹ। ਔਰ ਉਮਰ ਆਪਣੀ ਇਸ ਤਰੀਕੇ ਦੇ ਨਾਲ ਖਤਮ ਹੋ ਜਾਂਦੀ ਹੈ। ਆ ਹੈਗੀ ਗੇਮ। ਸਸ ਵਿਰਾਇਣ ਨਾਨਕ ਜੀਓ, ਸਸੁਰਾਵਾਦੀ ਜੇਠੋ ਪਉ ਪੋਲੂ ਹੈ। ਹੁਣ ਕੀ ਹੋਇਆ? ਜਦ ਗੁਰੂ ਦੇ ਅਨੁਸਾਰ ਜਿਹੜਾ ਹੈਗਾ, ਗੁਰੂ ਦੀ ਗੱਲ ਮੰਨ ਕੇ ਜਿਹੜਾ ਹੈਗਾ, ਮੈਂ ਗੁਰੂ ਨੂੰ ਨਾਲ ਰੱਖਿਆ, ਕੋਚਿੰਗ ਪੂਰੀ ਦੀ ਪੂਰੀ ਪਰਫੈਕਟ ਕੋਚਿੰਗ ਕੀਤੀ। ਹੱਬੇ ਭਸ ਪੁਣੇਂਦੇ ਵਤਨ, ਜਾਂ ਮੈਂ ਸੱਜਣ ਤੂੰ ਹੈ।
ਜਦ ਮੈਂ ਉਹ ਸੱਜਣ ਨੂੰ ਜਿਹੜਾ ਹੈਗਾ, ਮਿੱਤਰ ਪਿਆਰੇ ਨੂੰ ਜਿਹੜਾ ਹੈਗਾ, ਉਹਨੂੰ ਜਿਹੜਾ ਮਿੱਤਰ ਬਣਾ ਲਿਆ, ਗੁਰੂ ਦੇ ਅਨੁਸਾਰ ਚੱਲ ਪਈ। ਹੱਬੇ ਭੱਸ ਪੁਣੇਂਦੇ ਵਤਨ, ਭੱਸ ਕਹਿੰਦੇ ਆ ਸਵਾਖੇ। ਕਹਿੰਦੇ ਹੁਣ ਜਿਹੜੇ ਆਏ ਸੱਸ ਵੀ ਤੇ ਸਸੁਰਾ ਵੀ ਤੇ ਜੇਠੋ ਵੀ, ਧਰਮਰਾਜ ਜੋ ਕਾਲ ਜੋ ਮਰਜੀ ਕਹਿ ਲਓ ਇਹਨੂੰ, ਕਹਿੰਦੇ ਸੱਬੇ ਭੱਸ ਪੁਣੇਂਦੇ ਵਤਨ। ਕੀ ਕਰਦੇ ਹੁਣ ਕਹਿੰਦੇ ਆ ਖਾਕ ਛਾਣਦੇ ਆ। ਖਾਕ, ਭੱਸ ਕਹਿੰਦੇ ਖਾਕ, ਪੁਣੇਂਦੇ ਕਹਿੰਦੇ ਛਾਣਨਾ, ਪੌਣੀ ਕਹਿੰਦੇ ਆ ਚਾਹ ਪੌਣੀ ਲਿਆਓ। ਹੱਬੇ ਭੱਸ ਪੁਣੇਂਦੇ ਵਤਨ, ਵਤਨ ਮਤਲਬ ਲੱਗੇ ਹੋਏ ਹੁਣ ਖਾਕ ਛਾਣਨ ਵਾਸਤੇ। ਕੀ ਮਤਲਬ ਵੀ ਮੇਰੇ ਉੱਤੇ, ਮੇਰੇ ਸਾਹਮਣੇ ਚੋਗਾ ਸੁੱਟਦੇ ਆ, ਮੇਰੇ ਸਾਹਮਣੇ ਸਾਰਾ ਕੁਝ ਕਰਦੇ ਆ, ਪਰ ਉਹਨਾਂ ਦਾ ਚੱਲਦਾ ਨਹੀਂ ਆ, ਉਹਨਾਂ ਦੀ એનર્ਜੀ ਵੇਸਟ ਹੋ ਰਹੀ ਹੈ ਹੁਣ। ਹੱਬੇ ਭੱਸ ਪੁਣੇਂਦੇ ਵਤਨ, ਜਾਮੈ ਸੱਜਣ ਤੂੰ ਹੈ। ਜਦੋਂ ਮਿੱਤਰ ਪਿਆਰੇ ਨੂੰ ਮਿੱਤਰ ਬਣਾ ਲਿਆ ਤਾਂ ਦੇਖੋ ਸ਼ਲੋਕ ਜਿਹੜੇ ਹੈਗੇ ਕਿੱਥੇ ਤੱਕ ਜਿਹੜਾ ਹੈਗਾ ਇਹਨਾਂ ਦੇ ਵਿੱਚ ਜਿਹੜੀ ਹੈ ਉਚਾਈ ਹੈਗੀ। ਇਸ ਤੋਂ ਜ਼ਿਆਦਾ ਕੀ ਗਿਆਨ ਪਾ ਸਕਦੇ ਆ ਭਾਈ। ਹੱਬੇ ਭੱਸ ਪੁਣੇਂਦੇ ਵਤਨ, ਜਾਮੈ ਸੱਜਣ ਤੂੰ ਹੈ। ਪੌੜੀ, ਜਿਸ ਤੂੰ ਉੱਠਾ ਚਿੱਤ ਤਿਸ ਦਰਦ ਨਿਵਾਰਣੋ। ਲਓ ਆਹ ਪੌੜੀ ਹੈਗੀ ਭਾਈ। ਜਿਸ ਤੂੰ ਉੱਠਾ ਚਿੱਤ, ਬਸ ਮਿੱਤਰ ਬਣਾ ਲਿਆ ਜਿਹਨੇ ਮਿੱਤਰ ਦੇ ਨਾਲ ਹੁਣ ਮਿੱਤਰ ਆ ਗਿਆ ਤੇ ਬਸ ਚਿੱਤ ਦੇ ਵਿੱਚ ਆ ਗਿਆ ਮਿੱਤਰ। ਜਿਸ ਤੂੰ ਉੱਠਾ ਚਿੱਤ, ਜਿਹਦੇ ਚਿੱਤ ਦੇ ਵਿੱਚ ਮਾਲਕ ਪਰਮਾਤਮਾ ਜਿਹੜਾ ਮਿੱਤਰ, ਜਿਹਦਾ ਉਹਦਾ ਚਿੱਤਰ ਆ ਗਿਆ, ਉਹਦੀ ਯਾਦ ਆ ਗਈ, ਤਿਸ ਦਰਦ ਨਿਵਾਰਨੋਂ, ਉਹਦਾ ਦਰਦ ਚਲੇ ਜਾਏਗਾ ਭਾਈ, ਉਹਦਾ ਦਰਦ ਚਲੇ ਜਾਏਗਾ। ਨਹੀਂ ਤਾਂ ਜਿਹੜਾ ਹੈਗਾ ਇਹ ਮਾਇਆ ਜਿਹੜੀ ਇਹ ਸੱਸ ਵਿਰਾਇਣ ਔਰ ਜਿਹੜਾ ਹੈਗਾ ਔਰ ਸਰੀਰ ਜਿਹੜਾ ਹੈਗਾ ਆਪਣਾ, ਕੀ ਉਹਦਾ ਟਾਈਟਲ ਕੀਤਾ ਸੀਗਾ, ਸਸੁਰਾਵਾਦੀ ਜੇਠੋ ਪਉ ਪੌਲੂ ਹੈ। ਇਹਨਾਂ ਨੇ ਲੂਈ ਜਾਣਾ ਹੈ ਭਾਈ ਇਸੇ ਤਰੀਕੇ ਦੇ ਨਾਲ। ਜਿਸ ਤੋਂ ਉੱਠਾ ਚਿੱਤ ਤਿਸ ਦਰਦ ਨਿਵਾਰਨੋ, ਜਿਸ ਤੋਂ ਉੱਠਾ ਚਿੱਤ ਤਿਸ ਕਦੇ ਨਾ ਹਾਰਨੋ। ਦੇਖੋ ਕਹਿੰਦੇ ਹੋ ਹੀ ਨਹੀਂ ਸਕਦਾ ਵੀ ਗੁਰੂ ਨਾਲ ਹੋਏ ਤੇ ਉਹ ਹਾਰ ਜਾਏ, ਕਦੀ ਹੋ ਹੀ ਨਹੀਂ ਸਕਦਾ। ਜਿਸ ਤੋਂ ਉੱਠਾ ਚਿੱਤ, ਜਿਹਨੇ ਉਹ ਮਿੱਤਰ, ਜਿਹਨੂੰ ਪਰਮਾਤਮਾ ਨੂੰ ਮਿੱਤਰ ਬਣਾ ਲਿਆ, ਉਹ ਕਦੀ ਹਾਰ ਹੀ ਨਹੀਂ ਸਕਦਾ। ਉਸ ਮਾਲਕ ਦੀ ਤਾਂ ਸਾਰੀ ਦੀ ਸਾਰੀ ਖੇਡ ਹੈਗੀ ਆ। ਕੀ ਮਜਾ ਲਿਆ ਅੱਖ ਚੱਕ ਕੇ ਵੀ ਦੇਖ ਜਾਏ ਮਾਇਆ ਜਿਹੜੀ ਹੈਗੀ। ਜਿਸ ਤੋਂ ਉੱਠਾ ਚਿੱਤ ਤਿਸ ਦਰਦ ਨਿਵਾਰਣੋ, ਜਿਸ ਤੋਂ ਉੱਠਾ ਚਿੱਤ ਤਿਸ ਕਦੇ ਨਾ ਹਾਰਣੋ, ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰ ਤਾਰਣੋ। ਹਾਲੋ ਪੂਰਾ ਗੁਰੂ ਕਹਿਤਾ ਮਹਾਰਾਜ ਨੇ। ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰ ਮਸਟ ਤਰੇਗਾ ਹੀ ਤਰੇਗਾ, ਉਹਨੇ ਤਾਰਨਾ ਹੀ ਤਾਰਨਾ ਹੈਗਾ, ਉਹ ਨਹੀਂ ਡੁੱਬ ਸਕਦਾ। ਜਿਸਨੂੰ ਲਾਏ ਸੱਚ ਤਿਸ ਸੱਚ ਸੰਭਾਲਣੋ। ਆ ਹੈਗਾ ਸੱਚ, ਜਿਹਨੂੰ ਵੀ ਲਾ ਦਿੰਦਾ ਸੱਚ ਦੇ ਨਾਲ, ਉਹਨੇ ਸੱਚ ਨੂੰ ਸੰਭਾਲ ਲੈਣਾ। ਪਰਮੇਸ਼ਰ ਸੱਚ ਹੈ, ਆਪਾਂ ਆਪਣੀ ਆਤਮਾ ਸੱਚ ਹੈਗੀ, ਔਰ ਜਿਹੜਾ ਹੈਗਾ ਇਹ ਜਿਹੜਾ ਨਾਮ ਸੱਚ ਹੈਗਾ। ਔਰ ਇਹਦੇ ਪਿੱਛੇ ਸਾਰੇ ਸੰਸਾਰ ਦੇ ਪਿੱਛੇ ਉਹ ਆਪ ਮਾਲਕ ਪਰਮਾਤਮਾ ਸੱਚ ਹੈਗਾ ਭਾਈ, ਇਹਦੇ ਪਿੱਛੇ ਹੈਗਾ, ਉਹ ਨਹੀਂ ਦਿਸਦਾ ਆਪਾਂ ਨੂੰ। ਜਿਸਨੂੰ ਲਾਏ ਸੱਚ ਤਿਸ ਸੱਚ ਸੰਭਾਲਣੋ, ਜਿਸ ਆਇਆ ਹੱਥ ਨਿਧਾਨ ਸੋ ਰਹਾ ਪਾਲਣੋ। ਆਇਆ ਨਿਧਾਨ, ਆਇਆ ਖਜ਼ਾਨਾ, ਆਇਆ ਭਗਤੀ, ਪ੍ਰੇਮਾ ਭਗਤੀ, ਆਇਆ ਯਾਤਰਾ। ਕਹਿੰਦੇ ਉਹਨੇ ਕੀ ਪਾਲਣਾ ਹੈ ਹੁਣ ਇਸ ਤੋਂ ਬਾਅਦ? ਉਹਨੇ ਕੀ ਪਾਲਣਾ ਹੈ? ਕਿੱਥੇ ਜਾਣਾ ਹੈ? ਕੀ ਚੀਜ਼ ਚਾਹੀਦੀ ਹੈ ਉਹਨੂੰ? ਜਦ ਮਿੱਤਰ, ਜਿਹੜਾ ਮਿੱਤਰ ਆ ਗਿਆ, ਮਾਲਕ ਆ ਗਿਆ, ਦੁਨੀਆ ਨੂੰ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਉਹ ਮਿੱਤਰ ਹੋ ਗਿਆ, ਤੇ ਹੋਰ ਕੀ ਪਾਲਣਾ ਹੈਗਾ? ਜਿਸਨੂੰ ਇੱਕੋ ਰੰਗ ਭਗਤ ਸੋ ਜਾਣਨੋ, ਬਸ ਉਹਦਾ ਹੀ ਰੰਗ ਆ, ਉਹਨੂੰ ਕਹਿੰਦੇ ਭਗਤ, ਉਹਨੂੰ ਕਹਿੰਦੇ ਭਗਤ ਜਾਣੋ ਪਾਏ। ਜਿਹਦਾ ਮਿੱਤਰ ਪਰਮਾਤਮਾ ਹੈਗਾ, ਜਿਹਨੇ ਪਰਮਾਤਮਾ ਨੂੰ ਮਿੱਤਰ ਕਰ ਲਿਆ, ਉਹ ਆ ਭਗਤ। ਉਹ ਸਭਨਾ ਕੀ ਰੇਣ ਬਿਰਹੀ ਚਾਰਣੋ। ਦੇਖੋ ਹੁਣ ਸਾਰਿਆਂ ਦੀ ਰੇਣ ਰਹੂਗਾ, ਕਿਉਂਕਿ ਉਹਨੇ ਸਵਾਸ ਬਚਾਉਣੇ ਆ ਆਪਣੇ, ਉਹਨੇ ਵਾਦ ਵਿਵਾਦ ਨਹੀਂ ਕਰਨਾ, ਉਹਨੇ ਪੰਗਾ ਨਹੀਂ ਲੈਣਾ। ਜੋ ਮਰਜੀ ਜਿਸ ਤਰ੍ਹਾਂ ਮਰਜੀ ਕਹੀ ਜਾਏ, ਦੁਨੀਆ ਕਹੀ ਜਾਏ, ਬੋਲੀ ਜਾਣ, ਬਸ
ਚੁੱਪ ਰਹਿ ਜਾਓ ਬਸ। ਉਹ ਸਭਨਾ ਕੀ ਰੇਣ ਬਿਰਹੀ ਚਾਰਣੋ, ਬਿਰਹੀ ਚਾਰਣੋ। ਇਹ ਚਾਰਣੋ ਕੀ ਹੋਇਆ ਜੀ? ਇਹ ਜਿਹੜਾ ਪੋਇਟਰੀ ਹੈਗੀ ਭਾਈ, ਦੇਖੋ ਉੱਪਰ ਆਇਆ ਭਾਲਣੋ, ਜਾਣਨੋ, ਚਾਰਣੋ। ਹੁਣ ਇੱਥੇ ਚਰਨ, ਇਹਦਾ ਮਤਲਬ ਹੈਗਾ ਚਰਨ। ਬਿਰਹੀ ਪਰਮੇਸ਼ਰ ਦੇ, ਇਹ ਜਿਹੜੀ ਧਿਆਨ ਰੂਪੀ ਚਰਨ ਜਿਹੜੇ ਹੈਗੇ ਪਰਮਾਤਮਾ ਦੇ, ਇਹ ਜਿਹੜੇ ਆਪਾਂ ਨੇ ਮਾਇਆ ਨੂੰ ਜਿਹੜਾ ਹੈਗਾ, ਮਾਇਆ ਦਾ ਧਿਆਨ ਜਿਹੜਾ ਹੈਗਾ ਜਿਹਨੇ ਆਪਾਂ ਨੂੰ ਭੁਲਾ ਦੇਣਾ ਹੈ, ਉਹ ਚਰਨ। ਇਸ ਕਰਕੇ ਚਰਨ ਨਹੀਂ ਲਿਖ ਸਕਦੇ। ਉਹ ਸਭਨਾ ਕੀ ਰੇਣ ਬਿਰਹੀ ਚਰਨ। ਬਸ ਇਹ ਦੇਖੋ ਕਿਵੇਂ ਪੋਇਟਰੀ ਹੋ ਜਾਏਗੀ। ਜਿਸਨੂੰ ਇੱਕੋ ਰੰਗ ਭਗਤ ਸੋ ਜਾਣਨੋ, ਉਹ ਸਭਨਾ ਕੀ ਰੇਣ ਬਿਰਹੀ ਚਰਨ। ਐਵੇਂ ਤਾਂ ਪੋਇਟਰੀ ਬਣਦੀ ਨਹੀਂ। ਉਹ ਸਭਨਾ ਕੀ ਰੇਣ ਬਿਰਹੀ ਚਾਰਣੋ। ਉਹ ਕਾਹਦਾ ਬਿਰਹੀ ਹੋ ਗਿਆ? ਉਹ ਧਿਆਨ ਸਿਮਰਨ ਦਾ, ਭਗਤੀ ਦਾ, ਉਹ ਮਾਲਕ ਪਰਮਾਤਮਾ ਦੇ ਯਾਦ ਦਾ, ਉਹ ਸੁਣਨ ਦਾ ਬਿਰਹੀ ਹੋ ਗਿਆ। ਆਇਆ ਬਿਰਹੀ ਚਾਰਣੋ, ਆਇਆ ਚਰਨ। ਪਰਮਾਤਮਾ ਦੇ ਚਰਨ ਕੀ ਹੈਗੇ? ਸੁਣਨ ਹੈਗੇ ਪਰਮਾਤਮਾ ਦੇ ਚਰਨ। ਜੇ ਆਪਣੇ ਵਿਚਾਰ ਹੈਗੇ ਤੇ ਚਰਨ ਨਹੀਂ ਫੜੇ, ਵਿਚਾਰ ਫੜੇ ਹੋਏ ਆਪਾਂ ਨੇ। ਉਹ ਸਭਨਾ ਕੀ ਰੇਣ ਬਿਰਹੀ ਚਾਰਣੋ, ਸਭ ਤੇਰੇ ਚੋਜ ਵਿਡਾਣ, ਸਭ ਤੇਰਾ ਕਾਰਣੋ। ਕਹਿੰਦੇ ਮਾਲਕਾ ਸਾਰਾ ਤੇਰਾ ਚੋਜ ਆ, ਤੇਰਾ ਐਸਾ ਆਸ਼ਚਰਜ ਖੇਡ ਹੈਗੀ ਤੇਰੀ। ਤੂੰ ਹੀ ਹੈ ਇਹਦੇ ਪਿੱਛੇ ਮਾਲਕਾ, ਤੂੰ ਹੈ ਇਸ ਪਿੱਛੇ। ਇਹ ਸਾਰੀ ਗੇਮ, ਸਾਰਾ ਜੋ ਕੁਛ ਵੀ ਆਕਾਰ ਸਵਾਦ, ਇਹ ਜੋ ਮਾਇਆ, ਜੋ ਸੱਸ ਸਸਰਾ ਜੇਠੋ, ਇਹ ਸਾਰਾ ਦਾ ਸਾਰਾ ਤੇਰੀ ਗੇਮ ਹੈਗੀ ਆ। ਸ਼ਲੋਕ ਮਹੱਲਾ ਪੰਜਵਾਂ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ, ਛੋੜਿਆ ਹੱਬ ਕਿਸ ਤਿਆਗੀ। ਦੇਖੋ ਜਿਹਨੇ ਹੁਣ ਮਾਲਕ ਵੱਲ ਨੂੰ ਯਾਤਰਾ ਕਰਨੀ ਆ, ਜਿਹਨੂੰ ਪਤਾ ਹੈ ਵੀ ਮੇਰੀ ਤਾਂ ਪਤਾ ਨਹੀਂ, ਯਾਤਰਾ ਤਾਂ ਬਹੁਤ ਜਿਹੜੀ ਹੈਗੀ ਮੈਨੂੰ ਤਾਂ ਪਤਾ ਹੀ ਨਹੀਂ ਆ, ਇਹ ਤਾਂ ਪ੍ਰਦੇਸ਼ ਦੀ ਯਾਤਰਾ ਹੈਗੀ ਭਾਈ। ਇਹ ਤਾਂ ਮੈਂ ਉਸ ਦੇਸ਼ ਦਾ ਜਾਣਦਾ ਹੀ ਨਹੀਂ, ਉਸ ਦੇਸ਼ ਦੇ ਬਾਰੇ। ਉਹਦੀ ਯਾਤਰਾ ਹੈਗੀ ਆ ਭਾਈ, ਆਊਟ ਆਫ ਕੰਟਰੀ ਦੀ ਯਾਤਰਾ ਹੈਗੀ ਆ। ਉਹ ਥੋੜ੍ਹੀ ਨਾ ਜਿਹੜਾ ਹੈਗਾ ਉਸਤਤ ਨਿੰਦਾ ਦੇ ਪਿੱਛੇ ਪਊਗਾ। ਇੱਧਰ ਦੀ ਜਿਹੜੀ ਹੈਗੀ ਆ ਥੋੜ੍ਹੀ ਟੈਂਪਰੇਰੀ ਜਿਹੜਾ ਹੈਗਾ ਜਿੱਥੇ ਆਪਾਂ ਹੈਗੇ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ। ਨਾ ਮੈਂ ਕਿਸੇ ਦੀ ਉਸਤਤ ਕਰਦਾ, ਨਾ ਮੈਂ ਕਿਸੇ ਦੀ ਨਿੰਦਾ ਕਰਦਾ ਭਾਈ, ਨਾ ਆਪਣੀ ਨਿੰਦਾ ਸੁਣਦਾ, ਨਾ ਆਪਣੀ ਨਿੰਦਾ ਦੇ ਨਾਲ ਮੈਨੂੰ ਕੋਈ ਪ੍ਰੋਬਲਮ ਆਉਂਦੀ ਹੈ, ਨਾ ਮੈਨੂੰ ਕੋਈ ਉਸਤਤ ਕਰੇ ਤੇ ਮੈਨੂੰ ਕੋਈ ਉਹਦੇ ਨਾਲ ਮੈਂ ਫੁੱਗਦਾ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ, ਛੋੜਿਆ ਹੱਬ ਕਿਸ ਤਿਆਗੀ। ਸਾਰਾ ਕੁਛ ਛੱਡ ਦਿੱਤਾ, ਤਿਆਗ ਦਿੱਤਾ ਜਾਂ ਉਹ ਤਿਆਗ ਰਿਹਾ ਹਾਂ, ਮੈਂ ਕੋਸ਼ਿਸ਼ ਕਰ ਰਿਹਾ ਹਾਂ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ, ਛੋੜਿਆ ਹੱਬ ਕਿਛ ਤਿਆਗੀ। ਹੱਬੇ ਸਾਗ ਕੂੜਾ ਵੇ ਡਿੱਠੇ, ਤਉ ਪੱਲੇ ਟੈਂਡੇ ਲਾਗੀ। ਤਾਂ ਮਾਲਕ ਦੇ ਪੱਲੇ ਨਾਲ ਪੱਲਾ ਫੜਿਆ ਜਾਂਦਾ ਹੈ ਭਾਈ। ਸਾਰੇ ਸਾਗ, ਸਾਰਾ ਕੁਛ, ਸਾਰੀ ਮਾਇਆ, ਸਾਰੇ ਪਦਾਰਥ, ਸਾਰੇ ਜੋ ਵੀ ਆਪਣੇ ਜਿਹੜੇ ਹੈਗੇ ਸਕੇ ਸੰਬੰਧੀ, ਸਾਰੇ ਦੇ ਸਾਰੇ ਇਹ ਝੂਠੇ ਹੈਗੇ ਭਾਈ, ਕੂੜਾਵੇ ਹੈਗੇ। ਪਤਾ ਲੱਗ ਗਿਆ, ਤਉ ਪੱਲੇ ਟੈਂਡੇ ਲਾਗੀ। ਤਾਂ ਉਹ ਮਿੱਤਰ ਬਣਦਾ, ਤਾਂ ਉਹ ਮਿੱਤਰ ਦੇ ਪੱਲੇ ਲੱਗੀ। ਮਹੱਲਾ ਪੰਜਵਾਂ। ਫਿਰਦੀ ਫਿਰਦੀ ਨਾਨਕ ਜਿਉ, ਹਉ ਫਾਵੀ ਥੀ ਬਹੁਤ ਦਿਸਾਵਰ ਪੰਧਾ। ਹੁਣ ਦੇਖ ਲਓ, ਇੱਕਦਮ ਜੇ ਆਪਾਂ ਕਹੀਏ ਵੀ ਆਪਾਂ ਜਿਹੜੇ ਹੈਗੇ ਭਗਤੀ ਕਰਨ ਲੱਗ ਪਏ ਤੇ ਆਪਾਂ ਨੂੰ ਇੱਕਦਮ ਜਿਹੜਾ ਹੈਗਾ ਅੰਮ੍ਰਿਤ ਆ ਜਾਊਗਾ, ਪਰਮਾਤਮਾ ਦੇ ਦਰਸ਼ਨ ਹੋ ਜਾਣਗੇ, ਨਾ। ਇੱਥੇ ਤਾਂ ਭਾਈ ਫਾਵੀ ਥੀ, ਫਾਵੀ ਕਹਿੰਦੇ ਆ ਬਹੁਤ ਹੀ ਜ਼ਿਆਦਾ ਜਿਹੜੀ ਹੈਗੀ ਆ, ਬੰਦੇ ਨੂੰ ਕੁਛ ਮਿਲੇ ਨਾ ਤੇ ਮਿਹਨਤ ਕਰੀ ਜਾਏ ਤੇ ਬਹੁਤ ਹੀ ਹਾਂਜੀ ਫਰਸਟ੍ਰੇਟਡ। ਬਹੁਤ ਵਧੀਆ ਵਰਡ ਆ ਵੀਰ ਜੀ, ਕਿਆ ਬਾਤ ਹੈ। ਫਿਰਦੀ ਫਿਰਦੀ ਨਾਨਕ ਜਿਉ, ਹਾਂ ਫਾਵੀ ਥੀ ਬਹੁਤ ਦਿਸਾਵਰ ਪੰਧਾ। ਪੰਧਾ ਕਹਿੰਦੇ ਰਸਤਾ, ਦਿਸਾਵਰ ਕਹਿੰਦੇ ਆ ਪਰਦੇਸ, ਦਿਸਾਵਰੀ ਕਹਿੰਦੇ ਆ ਪਰਦੇਸੀ।
ਬਹੁਤ ਦਿਸਾਵਰ ਪੰਦਾ, ਕਹਿੰਦੇ ਪ੍ਰਦੇਸ਼ ਦਾ ਰਸਤਾ ਹੈਗਾ, ਪਤਾ ਹੀ ਨਹੀਂ ਰਸਤੇ ਦੇ ਬਾਰੇ। ਔਰ ਜਿਹੜਾ ਹੈਗਾ ਆਊਟਪੁੱਟ ਜਿਹੜੀ ਹੈਗੀ, ਮੈਨੂੰ ਜਿਹੜਾ ਹੈਗਾ ਮਿਲ ਨਹੀਂ ਰਿਹਾ, ਅੰਮ੍ਰਿਤ ਆ ਨਹੀਂ ਰਿਹਾ, ਪਰਮਾਤਮਾ ਦੇ ਦਰਸ਼ਨ ਹੋ ਨਹੀਂ ਰਹੇ। ਫਿਰਦੀ ਫਿਰਦੀ ਨਾਨਕ ਜਿਉ ਫਾਵੀ ਥੀ ਬਹੁਤ ਦਿਸਾਵਰ ਪੰਧਾ, ਤਾਂ ਹੋ ਸੁਖ ਸੁਖਾਲੀ ਸੁੱਤੀ, ਜਾਂ ਗੁਰ ਮਿਲ ਸੱਜਣ ਮੈਂ ਲੱਦਾ। ਦੇਖੋ ਗੁਰੂ, ਫਿਰ ਗੁਰੂ ਨਾਲ ਨਾਲ ਹੈਗਾ ਔਰ ਸੱਜਣ ਲੱਭ ਗਿਆ। ਇਸ ਤੋਂ ਬਾਅਦ ਸੱਜਣ ਮਿਲ ਜਾਂਦਾ ਹੈ। ਤਾਂ ਹੋ ਸੁਖ ਸੁਖਾਲੀ ਸੁੱਤੀ, ਸੁੱਖ ਦਾ ਸੁੱਖਾਂ ਦੇ ਵਿੱਚ ਸੁਖਾਲੀ ਹੋ ਗਈ। ਜਾਂ ਗੁਰ ਮਿਲ ਸੱਜਣ ਮੈਂ ਲੱਦਾ, ਮਾਲਕ ਦੇ ਗਲ ਨਾਲ ਲੱਗ ਕੇ ਸੋ ਗਈ। ਤਾਂ ਹੋ ਸੁਖ ਸੁਖਾਲੀ ਸੁੱਤੀ, ਜਾਂ ਗੁਰ ਮਿਲ ਸੱਜਣ ਮੈਂ ਲੱਦਾ। ਫਿਰਦੀ ਫਿਰਦੀ ਨਾਨਕ ਜਿਉ ਫਾਵੀ ਥੀ ਬਹੁਤ ਦਿਸਾਵਰ ਪੰਧਾ। ਕਮਾਲ ਹੋਈ ਪਈ ਹੈ ਜੀ। ਪੌੜੀ ਸਭੇ ਦੁੱਖ ਸੰਤਾਪ, ਜਾਂ ਤੁਦੋਂ ਭੁੱਲੀਏ। ਬਸ ਜੇ ਉਹ ਮਿੱਤਰ ਨਹੀਂ ਆ ਤੇ ਸਾਰੇ ਦੁੱਖ ਵੀ ਹੈਗੇ ਤੇ ਸੰਤਾਪ ਵੀ ਹੈਗੇ। ਭਾਈ ਜਿਹੜਾ ਹੈਗਾ ਫਰਸਟ੍ਰੇਸ਼ਨ ਜਿਹੜੀ ਹੈਗੀ, ਔਰ ਜੀਵਨ ਜਿਹੜਾ ਹੈਗਾ ਗੁਜ਼ਰ ਜਾਣਾ ਆ, ਮਨੁੱਖੀ ਜੀਵਨ ਚਲੇ ਜਾਣੀ ਆ, ਤੇ ਆਪਾਂ ਨੂੰ ਪਛਤਾਵਾ ਹੀ ਰਹਿ ਜਾਣਾ। ਔਰ ਇਹਦੇ ਵਿੱਚ ਜਿਹੜਾ ਤ੍ਰਿਸ਼ਨਾ ਦੇ ਵਿੱਚ, ਪਦਾਰਥਾਂ ਦੇ ਵਿੱਚ, ਸਵਾਦ ਦੇ ਵਿੱਚ ਜਿੰਨਾ ਮਾਣਾਂਗੇ ਓਨੇ ਸੜਾਂਗੇ ਆਪਾਂ। ਸਭੇ ਦੁੱਖ ਸੰਤਾਪ, ਜਾਂ ਤੁਦੋਂ ਭੁੱਲੀਐ। ਜੇ ਕੀਚਨ ਲੱਖ ਉਪਾਉ, ਤਾਂ ਕਹੀਂ ਨਾ ਭੁੱਲੀਐ। ਲੱਖਾਂ ਉਪਾਅ ਕਰ ਲਈਏ ਭਾਈ, ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਨਹੀਂ ਆਪਾਂ ਜਿਹੜੇ ਹੈਗੇ ਇਹ ਘੁਲਦੇ ਭਾਈ, ਕਿਸੇ ਵੀ ਤਰੀਕੇ ਦੇ ਨਾਲ ਨਹੀਂ ਇਹ ਜਾਂਦੇ। ਇਹ ਜਿਹੜੀ ਮਾਇਆ ਹੈਗੀ ਇਹ ਨਹੀਂ ਪਾਸੇ ਹੁੰਦੀ। ਮਨ ਜਿਹੜਾ ਹੈਗਾ ਮਨ ਨਹੀਂ ਮੰਨਦਾ। ਜੇ ਕੀਚਨ ਲੱਖ ਉਪਾਉ, ਤਾਂ ਕਹੀਂ ਨਾ ਭੁੱਲੀਐ। ਜਿਸਨੂੰ ਵਿਸਰੇ ਨਾਉ, ਸੋ ਨਿਰਤਨ ਕਾਂਡੀਏ। ਬਸ ਆ ਜਿਹੜਾ ਹੈਗਾ ਧਿਆਨ ਸਿਮਰਨ ਭਗਤੀ, ਇਹ ਨਾਮ ਨੂੰ ਸਵਾਸ ਦੇਣੇ ਪੈਣੇ ਆ ਭਾਈ। ਜਿਹੜਾ ਭੁੱਲ ਗਿਆ ਇਸ ਨਾਮ ਨੂੰ, ਵਿਸਰੈ ਨਾਉ ਵਿਸਰੈ ਲਿਖਿਆ ਹੋਇਆ। ਜਿਹੜਾ ਭਗਤੀ ਨੂੰ ਭੁੱਲ ਗਿਆ, ਜਿਹੜਾ ਧਿਆਨ ਸਿਮਰਨ ਕਰਨਾ ਜਿਹਨੇ ਨਹੀਂ ਜੀਵਨ ਦੇ ਵਿੱਚ ਲਿਆਂਦਾ, ਜਿਹਨੇ ਆਪਣੇ ਵਿਚਾਰਾਂ ਨੂੰ ਨਹੀਂ ਰੋਕਿਆ, ਜਿਸਨੂੰ ਵਿਸਰੈ ਨਾਉ ਸੋ ਨਿਰਤਨ ਕਾਂਡੀਏ। ਕਹਿੰਦੇ ਉਹ ਪੱਕਾ ਜਿਹੜਾ ਹੈਗਾ ਕੰਗਾਲ ਹੈਗਾ। ਜਿਸਨੂੰ ਵਿਸਰੇ ਨਾਉ, ਸੋ ਜੋਨੀ ਹਾਂਡੀਏ। ਬਸ ਆ ਦੇਖ ਲਓ, ਜਿਹਨੂੰ ਇਹ ਭਗਤੀ ਭੁੱਲ ਗਈ ਪਾਏ, ਜੂਨਾਂ ਦੇ ਵਿੱਚ ਜਾਏਗਾ ਹੀ ਜਾਏਗਾ। ਸੁਖੀ ਜੀ ਕੱਲ ਮੈਂ ਜਿਹੜਾ ਪਾਇਆ ਸੀਗਾ ਆਹੀ ਸੀਗੀ ਉਹ ਪੌੜੀ। ਹਾਂਜੀ ਠੀਕ ਹੈ ਜੀ, ਥੈਂਕ ਯੂ। ਹਾਂਜੀ, ਜਿਸਨੂੰ ਵਿਸਰੇ ਨਾਉ, ਸੋ ਜੋਨੀ ਹਾਂਡੀਏ। ਦੇਖ ਲਓ ਇੱਥੇ, ਦੇਖ ਲਓ ਆਪਾਂ ਕੋਈ ਗਲਤ ਨਹੀਂ ਕਰ ਰਹੇ, ਕੋਈ ਕੁਛ ਨਹੀਂ ਕਰ ਰਹੇ। ਨਾਮ ਨੂੰ ਵਿਸਾਰ ਦਿੱਤਾ। ਜਿਸ ਪਰਪਸ ਵਾਸਤੇ ਮਨੁੱਖਾ ਜੂਨ ਮਿਲੀ ਸੀ ਉਹਨੂੰ ਨਹੀਂ ਕੀਤਾ ਆਪਾਂ ਨੇ, ਤੇ ਜੂਨਾਂ ਦੇ ਵਿੱਚ ਜਾਣਾ ਪਊਗਾ। ਦੁਬਾਰਾ ਮਨੁੱਖਾ ਸਰੀਰ ਨਹੀਂ ਮਿਲੇਗੀ, ਨਹੀਂ ਰਿਟੇਨ ਕਰ ਸਕਦੇ। ਜਿਸਨੂੰ ਵਿਸਰੇ ਨਾਉ, ਸੋ ਜੋਨੀ ਹਾਂਡੀਏ। ਅੱਖਰ ਜਿਹੜੇ ਹੈਗੇ ਕਿਸ ਤਰੀਕੇ ਦੇ ਨਾਲ ਆਪਾਂ ਜਿਹੜੇ ਹੈਗੇ ਇਹ ਲਿਖਤ ਜਿਹੜੀ ਹੈਗੀ, ਇਹ ਸੱਚੋ ਸੱਚਾਈ ਹੈਗੀ, ਇਸ ਤੋਂ ਉੱਪਰ ਸੱਚਾਈ ਨਹੀਂ ਹੈਗੀ। ਜਿਸਨੂੰ ਵਿਸਰੈ ਨਾਉ, ਸੋ ਜੋਨੀ ਹਾਂਡੀਏ। ਮਨੁੱਖਾ ਜੂਨ ਨਹੀਂ ਲੱਭੇਗੀ ਭਾਈ। ਜਿਹੜਾ ਜਿੰਨੇ ਮਰਜੀ ਜਿਹੜਾ ਹੈਗੇ ਚੰਗੇ ਕੰਮ ਕੀਤੇ ਹੋਣ, ਜੋ ਮਰਜੀ ਕੀਤਾ ਹੋਇਆ ਆਪਾਂ ਨੇ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਨਾਮ ਨੂੰ ਜਿਹੜਾ ਹੈਗਾ ਧਿਆਨ ਨੂੰ, ਮਾਲਕ ਪਰਮਾਤਮਾ ਨੂੰ, ਮਿੱਤਰ ਨੂੰ ਜਿਹੜਾ ਹੈਗਾ ਉਹਦੇ ਵੱਲ ਨੂੰ ਯਾਤਰਾ ਨਹੀਂ ਕੀਤੀ। ਜਿਸਨੂੰ ਵਿਸਰੈ ਕਹਿੰਦੇ ਜਿਹਨੂੰ ਵਿਸਰ ਗਿਆ। ਔਰ ਵਿਸਰਿਆ ਕਿਸ ਤਰ੍ਹਾਂ? ਆਪਾਂ ਹੀ ਵਿਸਾਰਿਆ ਹੋਇਆ। ਆਪਾਂ ਨੇ ਚੁਆਇਸ ਨਹੀਂ ਕੀਤੀ, ਆਪਾਂ ਨੇ ਪ੍ਰਾਇਰਟੀ ਜਿਹੜੀ ਹੈਗੀ ਨਹੀਂ ਦਿੱਤੀ। ਮਾਲਕ ਨੇ ਦੋਨੋਂ ਦੇ ਦੋਨੋਂ ਆਪਣੇ ਜੀਵਨ ਦੇ ਵਿੱਚ ਜਿਹੜੇ ਹੈਗੇ ਦੋਨੋਂ ਰਸਤੇ ਦਿਖਾਉਣੇ ਆ ਮਾਲਕ ਨੇ। ਜਿਸਨੂੰ ਵਿਸਰੈ ਨਾਉ, ਸੋ ਜੋਨੀ ਹਾਂਡੀਏ। ਹੰਡੂਗਾ ਜੂਨਾਂ ਦੇ ਵਿੱਚ, ਹੰਡਣਾ ਪੈਣਾ ਹੈ ਭਾਈ। ਹੰਡਣਾ ਪੈਣਾ ਕੀ ਹੈ ਬਈ? ਫਿਰ ਦੁਬਾਰਾ ਜਿਹੜਾ ਹੈਗਾ ਉਹਨੂੰ ਉਸ ਮਨੁੱਖੀ ਜੂਨ ਦੇ ਲਾਇਕ ਬਣਾਇਆ ਜਾਏਗਾ। ਜਿਹੜਾ ਉਹ ਓਵਰ ਗੱਡੀ ਚਲਾ ਲਈ ਉਹਨੇ ਜਿਹੜਾ ਹੈਗਾ, ਉਹ ਵਾਪਸ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਉਹਨੂੰ ਜੂਨਾਂ ਦੇ ਵਿੱਚ ਪਾ ਕੇ ਉਹਨੂੰ ਪ੍ਰੋਪਰ ਜਿਹੜਾ ਹੈਗਾ ਟ੍ਰੀਟਮੈਂਟ ਦੇ ਕੇ ਵਾਪਸ ਮਨੁੱਖੀ ਸਰੀਰ ਵਾਸਤੇ ਪ੍ਰਿਪੇਅਰ ਕੀਤਾ ਜਾਂਦਾ ਹੈ।
जिस खसम ना आवे चित्त तिस जम डंड दे। फिर देख लो, आही जम डंड है, जोनी हांडी है। ਜਿਹਨੂੰ ਖਸਮ ਕਹਿੰਦੇ ਚਿੱਤ ਨਹੀਂ ਆਇਆ ਪੂਰੇ ਜੀਵਨ ਦੇ ਵਿੱਚ, ਆਖਰੀ ਦਮ ਤੱਕ ਜਿਹੜਾ ਹੈਗਾ ਮਾਲਕ ਵੱਲ ਨੂੰ ਨਹੀਂ ਚਿੱਤ ਕੀਤਾ ਉਹਨੇ, ਤੇ ਫਿਰ ਜਮ ਨੇ ਡੰਡ ਦੇਣਾ ਹੀ ਦੇਣਾ। ਜਿਸ ਖਸਮ ਨਾ ਆਵੇ ਚਿੱਤ ਰੋਗੀ ਸੇ ਗਣੇ, ਉਹ ਰੋਗੀ ਆ ਪਾਏ। ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿਸ ਖਸਮ ਨਾ ਆਵੇ ਚਿੱਤ ਰੋਗੀ ਸੇ ਗਣੇ, जिस खसम ना आवे चित्त सो खरो अहंकारिया। देख लो, मित्र नहीं बनाया, परमात्मा वाल चित्त नहीं किया, मालक की याद नहीं हैगी, ते कहते हंकार तो रहेगा, ताही तो नहीं किया। अपने आप नूं गिणदा है कुछ ना कुछ। खरो कहते बिल्कुल सही हंकारी, ईगोइस्ट। जिस खसम ना आवे चित्त सो खरो अहंकारिया। सोई दुहेला जग जिन्हें नाव विसारिया। फिर वापस आ गए उस गल दे उत्ते। दुहेला कहते दुखी, दुखी। सोई दुहेला जग, जग कहते संसार दे विच ओही दुखी हैगा जिन्हें परमेश्वर दा नाम भुला दिता, मालक परमात्मा नूं जिन्हें चॉइस माया दी कर लई। दुखी दुखी दुखी, वो दुखी है। आवाज ठीक नहीं आ रही है अपनी। सारे ਨੂੰ नहीं आ रही जी ठीक आवाज? ਸਾਨੂੰ ਤਾਂ ਆ ਰਹੀ ਠੀਕ ਭਾਜੀ। ਵੀਰ ਜੀ ਤੁਸੀਂ ਠੀਕ ਹੈ ਭਾਈ ਸਾਹਿਬ? ਨਹੀਂ ਬਿਲਕੁਲ ਨਹੀਂ ਆ ਰਹੀ, ਕਿੱਥਾ ਬਾਤ ਹੈ, ਬਹੁਤ ਸੁਣਿਆ ਜੀ। ਤੇ ਤੁਸੀਂ ਵੀਰ ਜੀ ਪਰਮਜੀਤ ਜੀ ਤੁਸੀਂ ਦੁਬਾਰਾ ਕੱਟ ਕੇ ਆ ਜਾਓ। ਆ ਤਾਂ ਸਹੀ ਆ ਰਹੀ ਹੈ ਜੀ। ਹਾਂਜੀ ਹਾਂਜੀ ਕੋਈ ਨਹੀਂ। ਸੋਈ ਦੁਹੇਲਾ ਜਗ ਜਿਨੇ ਨਾਉ ਵਿਸਾਰਿਆ। श्लोक महला पंजवां। तैंडी बंदिस मैं कोय ना डिठा, तू नानक मने पाना। जिन्हें परमात्मा नूं मित्र बना लिया, जिन्हें चॉइस कर ली, उन्हें देखा भाई ओदे वर्गा तां कहंदे कोई है ही नहीं। बंदिश मतलब ओदे वर्गा। तैंडी बंदिश तेरे वर्गा, मैं कोय ना डिठा, मैं कोई नहीं हैगा। तू नानक मने पाना, तू मेरे मन नूं पा गया। तू नानक मने पाना। कोल कुमाई तिस मित्र विचोले, जै मिले कंत पछाणा। कहते सब तो पहला तो मैं मेरे गुरु तो कोल कुमाई जावां, जिन्हें मैनू जिहड़ा हैगा, आ देखो आ बाणी है, गुरु है अपना, ते ये किस तरीके दे नाल अपना प्यार पा रहा है, वो मालक परमात्मा दे नाल, मित्र दे नाल। कहते मैं तो बलिहार जावां, कुर्बान जावां अपने गुरु तो, अपने मित्र विचोले तो, ਜਿਹਦੇ ਨਾਲ ਜਿਹੜਾ ਆਇਆ ਮੇਰੇ ਜੀਵਨ ਦੇ ਵਿੱਚ ਤੇ ਮੈਨੂੰ ਮਾਲਕ ਦੇ ਨਾਲ ਪਛਾਣ ਕਰਵਾ ਗਿਆ। ਕਮਾਲ ਹੀ ਹੋ ਗਈ। ਸ਼ਲੋਕ ਮਹੱਲਾ ਪੰਜਵਾਂ। ਤੈਂਡੀ ਬੰਦਸ਼ ਮੈਂ ਕੋਇ ਨਾ ਡਿਠਾ, ਤੂੰ ਨਾਨਕ ਮਨੇ ਪਾਣਾ। ਕੋਲ ਕੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲੇ ਕੰਤ ਪਛਾਣਾ। ਜਿਹਨੂੰ ਮਿਲ ਕੇ ਉਹ ਮਾਲਕ ਪਰਮਾਤਮਾ ਨੂੰ ਪਛਾਣੇ। महला पंजवां। पांव सुहावे जां ताओ तिर जुलदे, सीस सुहावा चरणी। मुख सुहावा जां ताओ जस गावे, जियो पया ताओ शरणी। आ देख लो पैर, सीस, सीस दे विच की हुंदी है? बुद्धि। पैर जिहड़े हैगे वो जांदे आ माया वाल नूं, माड़े पासे नूं तुरदे आ, मन दे कंट्रोल दे विच। और मुख जिहड़ा स्वादां वाल जांदा है, हुण जिहड़ा हैगा नाम वाल जा रहा है। ये सारियां दी सारियां जियो पाया तो सरणी। जियो मतलब मन, मन जिहड़ा हैगा शरण पै गया, मालक दी शरण चला गया, मित्र बना लिया मालक नूं। सारा दा मन, मन जिहड़ा हैगा, मन आ गया इस पासे नूं, ते सारी दी सारी ज्ञान इंद्रियां, कर्म इंद्रियां सारियां जिहड़ियां हैगियां मन दे पिछे पिछे आ पाए, मन दे कंट्रोल दे विच आ सारियां दी सारियां। इत्थे कोई पैरां दी, सीस दी जां ओहदी गल नहीं हो रही। सारियां सुरत, मत, मन, बुद्ध चारों दी चारों घड़ियां जा रही। पांव सुहावे जां ताओ तेरे जुलदे, सीस सुहावा चरणी।
ਮੁਖ ਸੁਹਾਵਾ ਜਾਂ ਤਉ ਜਸ ਗਾਵੈ ਜਿਉ ਪਿਆ ਤਉ ਸਰਣੀ। ਅੱਗੇ ਪੌੜੀ ਮਿਲੇ ਨਾਰੀ ਸਤਸੰਗ ਮੰਗਲ ਗਾਵੀਆਂ। ਆਲੋ ਆ ਗਈਆਂ ਸਾਰੀਆਂ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਨਾਰੀਆਂ ਸਾਰੀਆਂ। ਹੋ ਗਿਆ ਸਤਸੰਗ, ਸਾਰੀਆਂ ਦੀਆਂ ਸਾਰੀਆਂ ਲੱਗ ਗਈਆਂ। ਮਿਲੇ ਨਾਰੀ ਸਤਸੰਗ ਮੰਗਲ ਗਾਵੀਆਂ, ਲੱਗ ਗਈਆਂ ਭਗਤੀ ਕਰਨ ਸਾਰੀਆਂ। ਕੋਈ ਰੁਕਾਵਟ ਹੀ ਨਹੀਂ ਹੈ। ਮਨ ਬੈਠ ਗਿਆ ਚੁੱਪ ਕਰਕੇ, ਵਿਚਾਰ ਬੰਦ ਕਰ ਦਿੱਤੇ, ਸਾਰੀਆਂ ਸ਼ਾਂਤ ਹੋ ਗਈਆਂ। ਗਿਆਨ ਇੰਦਰੀਆਂ, ਕਰਮ ਇੰਦਰੀਆਂ ਸਾਰੀਆਂ ਦੀਆਂ ਸਾਰੀਆਂ ਸ਼ਾਂਤ ਹੋ ਗਈਆਂ। ਮਿਲੇ ਨਾਰੀ ਸਤਸੰਗ ਮੰਗਲ ਗਾਵੀਆਂ, ਘਰ ਕਾ ਹੋਆ ਬੰਦਾਨ ਬੌੜ ਨਾ ਧਾਵੀਆਂ। ਦੇਖੋ ਕਹਿੰਦੇ ਹੁਣ ਨਹੀਂ ਦੌੜਦੀਆਂ ਇੱਧਰ ਉੱਧਰ, ਘਰ ਪੂਰਾ ਬੰਨਿਆ ਗਿਆ, ਵਧੀਆ ਹੋ ਗਿਆ ਭਾਈ। ਸਾਰੇ ਮੇਰੇ ਸਾਰੇ ਬੰਨ ਲਾ ਦਿੱਤੇ, ਹਰੇਕ ਦੇ ਅੱਖਾਂ 'ਤੇ ਵੀ, ਕੰਨਾਂ 'ਤੇ ਵੀ, ਨੱਕ 'ਤੇ ਵੀ, ਜੀਭ 'ਤੇ ਵੀ, ਸਾਰੀ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਇਹ ਸਰੀਰ ਜਿਹੜਾ ਹੈਗਾ, ਜਿਹੜਾ ਸਸਰਾ ਜਿਹੜਾ ਹੈਗਾ ਮੈਨੂੰ ਤੰਗ ਕਰਦਾ ਸੀ, ਵਾਦੀ ਜਿਹੜਾ ਸੀਗਾ। ਘਰ ਕਾ ਹੋਆ ਬੰਦਾਨ ਬੌੜ ਨਾ ਧਾਵੀਆਂ, ਬਿੰਠੀ ਦੁਰਮਤ ਦੁਰਤ ਸੋਏ ਕੂੜਾਵੀਆਂ। ਦੁਰਤ ਕਹਿੰਦੇ ਆ ਪਾਪਾਂ ਵੱਲ ਨੂੰ ਜਾਣ ਵਾਲੀ, ਦੁਰਮਤ ਕਹਿੰਦੇ ਭੈੜੀ ਮਤ ਦੂਰ ਹੋ ਗਈ ਪਾਏ। ਇਹ ਮਾਇਆ ਨੂੰ ਦੇਖ ਕੇ, ਚੋਗੇ ਨੂੰ ਦੇਖ ਕੇ ਜਿਹੜੀ ਹੈਗੀ ਆ ਭੈੜੀ ਮਤ ਜਿਹੜੀ ਹੈਗੀ ਪਾਪਾਂ ਵੱਲ, ਮਾਇਆ ਨੂੰ ਭੋਗਣ ਵੱਲ, ਭੋਗ ਦੂਜੇ ਦਾ ਪਰ ਪਰਾਇਆ ਤਨ, ਪਰਾਇਆ ਰੂਪ, ਇੱਧਰ ਜਾਂਦੀਆਂ ਸੀਗੀਆਂ। ਬਿੰਠੀ ਦੁਰਮਤ, ਇਹ ਬਿੰਸ ਗਈ ਭੈੜੀ ਮਤ ਪਾਪਾਂ ਕਰਨ ਵਾਲੀ। ਸੋਏ ਕੁੜਾਵੀਆ ਸੋਏ ਕੌਣ? ਮਾਇਆ ਚੋਗਾ ਖਿਲਾਰ ਦਿੱਤੀ। ਚੋਗਾ ਸੋਏ ਕਹਿੰਦੀ ਆ ਉਹਦੀ ਸੋਭਾ ਮਾਇਆ ਦੀ, ਕੂੜ ਦੀ। ਉਹ ਚੋਗਾ ਜਿਹੜਾ ਕਹਿੰਦਾ ਸੀਗਾ, ਭੈੜੀ ਮਤ ਦਿੰਦਾ ਸੀਗਾ ਬਈ ਜਾ ਭੋਗ ਇਹਨੂੰ, ਪਾਪ ਕਮਾ, ਕਹਿੰਦੇ ਉਹ ਬਿਰਤੀ ਖਤਮ ਹੋ ਗਈ। ਸੀਲਵੰਤ ਪ੍ਰਧਾਨ ਹਿਰਦੇ ਸਚਾਵੀਆ, ਸੀਲਵੰਤ ਹੋ ਗਈ ਭਾਈ, ਬਿਲਕੁਲ ਸੀਲ ਹੋ ਗਈ। ਇਸ ਤਰ੍ਹਾਂ ਜਿਹੜੇ ਹੈਗੇ ਆ ਦੇਖੋ ਜੀਵਨ ਐਸਾ ਬਣ ਗਿਆ। ਪ੍ਰਧਾਨ ਜਿਹੜੀ ਹੈ ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਭਾਵੇਂ ਦਰਗਹਿ ਮਾਨ, ਪ੍ਰਧਾਨ ਹੋ ਗਏ ਉਹ ਜੀਵ ਇਸਤਰੀ, ਉਹ ਇਨਸਾਨ ਜਿਹੜਾ ਇਸ ਤਰੀਕੇ ਦੇ ਨਾਲ ਜਿਹਨੇ ਭਗਤੀ ਕੀਤੀ। ਇਹ ਸਾਰੀਆਂ ਦੀਆਂ ਸਾਰੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਮਨ ਜਿਹੜਾ ਹੈਗਾ ਜ਼ਿਆਦਾ ਇਸ ਪਾਸੇ ਆ ਗਿਆ ਤੇ ਸਾਰੀ ਭੈੜੀ ਮਤ ਸਾਰੀ ਦੀ ਸਾਰੀ, ਚਾਹੇ ਜੋ ਮਰਜੀ ਚੋਗਾ ਸੁੱਟਿਆ ਹੋਏ, ਨਹੀਂ ਜਾਏਗਾ ਇਨਸਾਨ। ਸੀਲਵੰਤ ਪ੍ਰਧਾਨ, ਕੋਈ ਹੰਕਾਰ ਨਹੀਂ ਹੈ, ਬਿਲਕੁਲ ਜਿਹੜਾ ਹੈਗਾ ਇਨਸਾਨ ਨਿਮਰਤਾ ਗਰੀਬੀ ਦੇ ਨਾਲ। ਹਿਰਦੇ ਸਚਾਵੀਆ, ਹਿਰਦੇ ਦੇ ਵਿੱਚ ਸੱਚ ਆ ਗਿਆ ਉਹਦੇ। ਅੰਤਰ ਬਾਹਰ ਇੱਕ ਰੀਤਾਵੀਆ, ਹੁਣ ਅੰਦਰ ਵੀ ਜੇ ਜਿਹਾ ਅੰਦਰ ਔਰ ਬਾਹਰ ਉਹੀ ਮਾਲਕ ਪਰਮਾਤਮਾ ਹੈਗਾ, ਔਰ ਜੇ ਜਿਹਾ ਅੰਦਰ ਹੈਗਾ ਉਹੀ ਬਾਹਰ ਹੈਗਾ। ਕੋਈ ਡੁਐਲਿਟੀ ਨਹੀਂ ਹੈ, ਕੋਈ ਬਹਿਰੂਪੀਆਪਨ ਨਹੀਂ ਹੈਗਾ। ਅੰਤਰ ਬਾਹਰ ਇੱਕ ਰੀਤਾਵੀਆ, ਇੱਕ ਰੀਤ ਹੈਗੀ, ਹੁਣ ਇੱਕੋ ਹੀ ਰੀਤ ਹੈਗੀ ਬਸ ਭਗਤੀ। ਮਨੇ ਦਰਸ਼ਨ ਕੀ ਪਿਆਸ ਚਰਨ ਦਾਸ ਆਵੀਆਂ, ਮਨ ਦੇ ਵਿੱਚ ਦਰਸ਼ਨਾਂ ਦੀ ਪਿਆਸ ਹੈਗੀ ਆ। ਔਰ ਸਾਰੀ ਦੀ ਸਾਰੀ ਜਿਹੜੀਆਂ ਹੈਗੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਔਰ ਜੀਓ ਜਿਹੜਾ ਹੈਗਾ ਉਹ ਦਾਸੀ ਬਣ ਗਿਆ ਭਾਈ ਚਰਨਾਂ ਦੀ। ਸੋਭਾ ਬਣੀ ਸਿੰਗਾਰ ਖਸਮੇ ਜਾ ਰਾਵੀਆਂ, ਔਰ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ, ਬੜੀ ਸੋਭਾ ਹੋ ਗਈ, ਲੋਕ ਪਰਲੋਕ ਦੇ ਵਿੱਚ ਸੋਭਾ ਹੋ ਗਈ, ਐਸਾ ਸਿੰਗਾਰ ਸੋਹਣਾ ਬਣ ਗਿਆ। ਮਿਲਿਆ ਆਏ ਸੰਜੋਗ ਜਾਂ ਤਿਸ ਭਾਵੀਆ, ਕਹਿੰਦੇ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਜੀਵ ਇਸਤਰੀਆਂ ਭਗਤੀ ਕਰਨ ਵਾਲੇ ਜਿਹੜੇ ਹੈਗੇ, ਗੁਰਮੁਖ ਕਹਿ ਲਓ, ਜੋ ਵੀ ਜਿਹੜੇ ਹੈਗੇ ਆ, ਸੰਜੋਗ ਬਣ ਜਾਂਦਾ, ਆ ਜਾਂਦਾ ਸੰਜੋਗ। ਮਿਲਿਆ ਆਏ, ਇੱਥੇ ਮਿਲਿਆ ਨਹੀਂ ਲਿਖਿਆ, ਮਿਲ ਜਾਏਗਾ ਆ ਕੇ, ਸੰਜੋਗ ਹੋ ਜਾਏਗਾ ਤੇਰਾ। ਕਦੋਂ? ਜਾਂ ਤਿਸ ਭਾਵੀਆ, ਜਦੋਂ ਤੂੰ ਉਹਨੂੰ ਮਾਲਕ ਪਰਮਾਤਮਾ ਨੂੰ ਪਾ ਜਾਏਗਾ। ਜੇ ਇੱਥੇ ਮਿਲਿਆ ਹੁੰਦਾ ਤੇ ਫਿਰ ਜਿਹੜਾ ਹੈਗਾ ਇਹ ਪਾਸਟ ਟੈਂਸ ਦੇ ਵਿੱਚ ਆ ਜਾਣਾ ਸੀ ਵੀ ਮਿਲ ਗਿਆ, ਉਹਨੂੰ ਸੰਜੋਗ ਬਣ ਗਿਆ, ਉਹਨੂੰ ਭਾਵਿਆ। ਇੱਥੇ ਭਾਵੀਆ ਲਿਖਿਆ ਹੋਇਆ, ਮਿਲਿਆ ਆਏ ਸੰਜੋਗ ਆ ਜਾਏਗਾ ਤੇ ਮਿਲ ਜਾਏਗਾ। ਸ਼ਲੋਕ ਮਹਲਾ ਪੰਜਵਾਂ। ਹੱਬੇ ਗੁਣ ਤੈਂਡੇ
ਨਾਨਕ ਜੀਓ ਮੈਕੂ ਥੀਏ ਮੈਂ ਨਿਰਗੁਣ ਤੇ ਕਿਆ ਹੋਵੇ। ਦੇਖੋ ਜਿਨ੍ਹਾਂ ਦੇ ਕੋਲ ਗੁਣ ਆ ਜਾਂਦੇ ਆ ਸਾਰਾ ਜੀਵਨ ਪਲਟੀ ਹੋ ਗਿਆ ਜਿਨ੍ਹਾਂ ਦਾ। ਕਹਿੰਦੇ ਕੀ ਕਹਿ ਰਹੇ ਹੋ? ਕਹਿੰਦੇ ਮਾਲਕਾ ਤੇਰੇ ਗੁਣ ਆ ਸਾਰੇ ਦੇ ਸਾਰੇ, ਮੈਨੂੰ ਆ ਗਏ, ਮੈਨੂੰ ਮਿਲ ਗਏ। ਮੇਰੇ ਨਿਰਗੁਣ ਦੇ ਕੋਲ ਮੈਂ ਕੀ ਕਰ ਸਕਦਾ ਸੀਗਾ? ਮੇਰੇ ਕੋਲੋਂ ਕੀ ਹੁੰਦਾ ਸੀਗਾ? ਸਾਰੇ ਤੇਰੇ ਗੁਣ ਹੈਗੇ ਮਾਲਕਾ। ਸਤ ਸੰਤੋਖ ਦਇਆ ਧਰਮ ਧੀਰਜ ਇਹ ਸੀਲ ਦਾ ਸੁਭਾਅ, ਇਹ ਸਾਰੇ ਗੁਣ ਤੇਰੇ ਹੈਗੇ ਆ, ਤੇਰੇ ਕੋਲੋਂ ਆਏ ਆ ਮਾਲਕਾ। ਹੱਬੇ ਗੁਣ ਤੈਂਡੇ ਨਾਨਕ ਜੀਓ ਮੈਕੂ ਥੀਏ, ਮੇਰੇ ਕੋਲ ਆ ਗਏ, ਮੈਂ ਨਿਰਗੁਣ ਤੇ ਕਿਆ ਹੋਵੇ? ਮੇਰੇ ਕੋਲੋਂ ਕੀ ਹੁੰਦਾ ਹੈ? ਤਉ ਜੇਵੜ ਦਾਤਾਰ ਨਾ ਕੋਈ, ਜਾਚਕ ਸਦਾ ਜਚੋਵੇ। ਤੇਰੇ ਵਰਗਾ ਕੋਈ ਦਾਤਾ ਨਹੀਂ ਹੈ ਮਾਲਕਾ। ਮੈਂ ਜਾਚਕ ਹੈਗਾ, ਮੰਗਤਾ ਹੈਗਾ, ਔਰ ਹਮੇਸ਼ਾ ਮੈਂ ਮੰਗਤਾ ਹੀ ਰਹੂੰਗਾ। ਜਾਚਕ ਸਦਾ ਜਚੋਵੇ, ਮੈਂ ਹਮੇਸ਼ਾ ਤੇਰੇ ਕੋਲੋਂ ਮੰਗਦਾ ਰਹੂੰਗਾ। ਮਹੱਲਾ ਪੰਜਵਾਂ। ਦੇਹ ਛਿਜੰਦੜੀ ਊਣਮ ਝੂਣਾ, ਇਹ ਨਾ ਊਣ ਮਚੂਣਾ ਲਿਖਿਆ ਹੋਇਆ ਪਲੀਜ਼, ਇਹ ਜਿਹੜਾ ਹੈਗਾ ਇਹ ਊਣਮ ਝੂਣਾ ਹੈਗਾ। ਦੇਹ ਛਿਜੰਦੜੀ ਊਣਮ ਝੂਣਾ, ਊਣਮ ਦਾ ਮਤਲਬ ਹੁੰਦਾ ਹੈ ਊਣਤਾ, ਕਮੀ। ਝੂਣਾ ਮਤਲਬ ਹੁੰਦਾ ਹੈ ਦੁੱਖ, ਝੁਰਦਾ ਇਨਸਾਨ, ਉਦਾਸ। ਔਰ ਦੇਹ ਸਰੀਰ ਜਿਹੜਾ ਹੈਗਾ ਛਿਜ ਰਿਹਾ ਹੈ, ਸਰੀਰ ਕਮਜ਼ੋਰ ਹੋਈ ਜਾ ਰਿਹਾ, ਸਰੀਰ ਦਿਨੋਂ ਦਿਨ ਸਰੀਰ ਕਮਜ਼ੋਰ ਹੋ ਰਿਹਾ ਹੈ, ਔਰ ਊਣਤਾ ਹੀ ਹੈਗੀ, ਔਰ ਝੁਰ ਰਿਹਾ ਇਨਸਾਨ। ਗੁਰੇ ਸੱਜਣੇ ਜਿਉ ਤਰਾਇਆ, ਗੁਰੂ ਸੱਜਣ ਨੇ ਕੀ ਕੀਤਾ? ਢਾੜਸ ਦੇ ਦਿੱਤਾ ਪਾਏ, ਤੂੰ ਲੱਗਿਆ ਰਹਿ, ਤੂੰ ਯਾਤਰਾ ਤੇ, ਤੂੰ ਇਹ ਕੰਮ ਕਰ, ਬਸ ਕਰਦੇ ਰਹਿ। ਦੇਹ ਛਿਜੰਦੜੀ ਊਣਮ ਝੂਣਮ ਗੁਰੇ ਸੱਜਣੇ ਜਿਉ ਤਰਾਇਆ। ਗੁਰੂ ਨੇ, ਸੱਜਣ ਨੇ, ਉਸ ਮਾਲਕ ਪਰਮਾਤਮਾ ਦੇ ਨਾਲ ਮੇਰਾ ਜਿਹੜਾ ਹੈਗਾ ਮੇਰਾ ਧਿਆਨ ਮਾਲਕ ਪਰਮਾਤਮਾ ਵੱਲ ਜੋੜੀ ਰੱਖਿਆ ਗੁਰੂ ਨੇ ਮੈਨੂੰ ਹੌਸਲਾ ਦਿੰਦਾ ਗਿਆ। ਗੁਰੂ ਮੈਨੂੰ ਹੱਬੇ ਸੁਖ ਸੁਹੇਲੜਾ ਸੁੱਤਾ ਜਿੱਤਾ ਜਗ ਸਬਾਇਆ। ਔਰ ਅਲਟੀਮੇਟਲੀ ਕੀ ਹੋ ਗਿਆ? ਸਾਰੇ ਦੇ ਸਾਰੇ ਸੁੱਖ ਆ ਗਏ ਔਰ ਖੁਸ਼ਹਾਲੀ ਆ ਗਈ ਜੀਵਨ ਦੇ ਵਿੱਚ, ਕੋਈ ਡਿਮਾਂਡ ਨਹੀਂ ਰਹਿ ਗਈ, ਔਰ ਸਾਰਾ ਦਾ ਸਾਰਾ ਸੰਸਾਰ ਜਿਹੜਾ ਹੈਗਾ ਜਿੱਤਿਆ ਗਿਆ। ਆ ਗੇਮ ਜਿਹੜੀ ਮਾਲਕ ਨੇ ਪਾਈ ਸੀ ਇਹ ਜਿੱਤੀ ਗਈ। ਮਨ ਜੀਤੇ ਜਗ ਜੀਤ। ਦੇਹ ਛਿਜੰਦੜੀ ਊਣਮ ਝੂਣਾ ਗੁਰੇ ਸੱਜਣ ਜਿਉ ਤਰਾਇਆ। ਹੱਬੇ ਸੁਖ ਸੁਹੇਲੜਾ ਸੁੱਤਾ ਜਿੱਤਾ ਜਗ ਸਵਾਇਆ। ਪੌੜੀ। ਵੱਡਾ ਤੇਰਾ ਦਰਬਾਰ ਸੱਚਾ ਤੂੰ ਤਖਤ। ਹੇ ਮਾਲਕਾ, ਤੇਰਾ ਦਰਬਾਰ ਜਿਹੜਾ ਹੈਗਾ ਕਿੰਨਾ ਵੱਡਾ ਹੈ ਔਰ ਹਮੇਸ਼ਾ ਰਹਿਣ ਵਾਲਾ ਹੈ। ਤੇਰਾ ਤਖਤ, ਤੂੰ ਮਾਲਕ ਹੈ, ਹਮੇਸ਼ਾ ਰਹਿਣ ਵਾਲਾ ਹੈ, ਸੱਚਾ ਹੈ ਤੇਰਾ ਤਖਤ। ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛੱਤ। ਤੂੰ ਨਿਹਚਲ ਹੈਗਾ, ਹਮੇਸ਼ਾ ਰਹਿਣ ਵਾਲਾ ਹੈ। ਸਾਰੇ ਸ਼ਾਹ ਤੇ ਪਾਤਸ਼ਾਹ ਇਹਨਾਂ ਦੇ ਸਾਰਿਆਂ ਦੇ ਉੱਪਰ ਹੈਗਾ। ਤੇਰਾ ਚੌਰ, ਤੇਰਾ ਛੱਤ ਜਿਹੜਾ ਹੈਗਾ ਉਹ ਨਿਹਚਲ ਹੈ। ਜੋ ਭਾਵੈ ਪਾਰ ਬ੍ਰਹਮ ਸੋਈ ਸੱਚ ਨਿਆਓ। ਜੋ ਮਾਲਕ ਨੂੰ ਪਾਉਂਦਾ ਆ ਭਾਈ, ਉਹੀ ਸੱਚ ਹੈਗਾ ਔਰ ਉਹੀ ਨਿਆਂ ਹੈਗਾ। ਜੋ ਭਾਵੈ ਜੇ ਭਾਵੈ ਪਾਰ ਬ੍ਰਹਮ। ਦੇਖੋ ਉੱਪਰ ਜੋ ਲਿਖਿਆ, ਇੱਥੇ ਜਿਹੜਾ ਜੇ ਲਿਖਿਆ, ਇਮੀਡੀਏਟਲੀ ਦੇਖ ਲਓ ਮਾੜਾ ਜਿਹਾ ਚੇਂਜ ਕੀਤਾ ਹੈ। ਜੇ ਭਾਵੈ ਪਾਰ ਬ੍ਰਹਮ ਨਿਥਾਵੇਂ ਮਿਲੇ ਥਾਂ। ਜੇ ਮਾਲਕ ਨੂੰ ਪਾ ਜਾਏ ਤੇ ਨਿਥਾਵੇਂ ਨੂੰ ਥਾਂ ਮਿਲ ਜਾਂਦਾ ਹੈ ਭਾਈ। ਜੇ ਆਪਾਂ ਚੂਜ਼ ਕਰ ਲਈਏ ਔਰ ਗੁਰੂ ਦੇ ਅਨੁਸਾਰ ਯਾਤਰਾ ਕਰ ਲਈਏ ਤੇ ਆਪਾਂ ਨਿਥਾਵਿਆਂ ਨੂੰ ਥਾਂ ਮਿਲ ਜਾਏਗਾ ਉਸ ਮਾਲਕ ਪਰਮਾਤਮਾ ਦੇ ਦਰਬਾਰ ਦੇ ਵਿੱਚ। ਵੱਡਾ ਤੇਰਾ ਦਰਬਾਰ ਸੱਚਾ ਤੂੰ ਤਖਤ ਉੱਥੇ। ਜੇ ਭਾਵੇਂ ਪਾਰ ਬ੍ਰਹਮ ਨਿਥਾਵੇਂ ਮਿਲੇ ਥਾਂ। ਜੋ ਕੀਨੀ ਕਰਤਾਰ ਸਾਈ ਭਲੀ ਗੱਲ। ਜੋ ਮਾਲਕ ਨੇ ਕਰ ਦਿੱਤੀ, ਜੋ ਮਾਲਕ ਨੇ ਕਰ ਦਿੱਤੀ, ਜੋ ਹੋ ਰਿਹਾ ਹੈਗਾ ਉਹੀ ਭਲਾ ਹੈਗਾ। ਜੋ ਕੀਨੀ ਕਰਤਾਰ ਨੇ ਸਾਈ ਭਲੀ ਗੱਲ। ਜਿਨੀ ਪਛਾਤਾ ਖਸਮ ਸੇ ਦਰਗਾਹ ਮਲ। ਜਿਨ੍ਹਾਂ ਨੇ ਖਸਮ ਨੂੰ ਮਿੱਤਰ ਬਣਾ ਲਿਆ, ਪਛਾਣ ਲਿਆ ਬਈ ਆ ਅਸਲੀ ਕਰਤਾ ਧਰਤਾ ਆ ਹੈਗਾ, ਸਭ ਤੋਂ ਉੱਪਰ ਆ ਹੈਗਾ, ਇਹਨੂੰ ਫੜੀਏ ਭਾਈ।
ਜਿਨੀ ਪਛਾਤਾ ਸੱਚ, ਜਿਨੀ ਪਛਾਣ ਲਿਆ ਜਿਨੀ ਪਛਾਤਾ ਖਸਮ ਸੇ ਦਰਗਾਹ ਮਲ, ਉਹਨਾਂ ਨੂੰ ਉਹ ਮਾਲਕ ਦੀ ਦਰਗਾਹ ਦੇ ਵਿੱਚ, ਦਰਬਾਰ ਦੇ ਵਿੱਚ ਜਗ੍ਹਾ ਮਿਲ ਜਾਣੀ ਹੈ ਭਾਈ। ਉਹਨਾਂ ਨੇ ਮਲ ਲੈਣੀ ਹੈ ਜਗ੍ਹਾ ਆਪਣੀ। ਸਹੀ ਤੇਰਾ ਫੁਰਮਾਨ ਕਿਨੇ ਨਾ ਫੇਰੀਏ। ਦੇਖ ਲਓ ਭਾਈ, ਦਰਬਾਰ ਦੇ ਵਿੱਚ ਔਰ ਸੱਚੇ ਦਰਬਾਰ ਦੇ ਵਿੱਚ, ਹਮੇਸ਼ਾ ਰਹਿਣ ਵਾਲੇ ਦਰਬਾਰ ਦੇ ਵਿੱਚ ਜਿਹੜੀ ਜਗ੍ਹਾ ਮਲ ਲਈ ਤੇ ਉਹ ਵੀ ਤਾਂ ਹਮੇਸ਼ਾ ਰਹਿਣ ਵਾਲਾ ਹੋ ਗਿਆ। ਜਿਨੀ ਪਛਾਤਾ ਖਸਮ ਸੇ ਦਰਗਾਹ ਮਲ, ਸਹੀ ਤੇਰਾ ਫੁਰਮਾਨ ਕਿਨੇ ਨਾ ਫੇਰੀਏ। ਤੇਰਾ ਫੁਰਮਾਨ ਸਹੀ ਹੈ ਮਾਲਕਾ, ਸੱਚ ਹੈਗਾ, ਕੋਈ ਨਹੀਂ ਫੇਰ ਸਕਦਾ ਤੇਰੇ ਹੁਕਮ ਨੂੰ, ਤੇਰੇ ਫੁਰਮਾਨ ਨੂੰ। ਕਾਰਨ ਕਰਨ ਕਰੀਮ, ਕੁਦਰਤ ਤੇਰੀ ਹੈ। ਤੂੰ ਕਾਰਨ ਵੀ ਹੈਗਾ, ਕਰਨ ਵਾਲਾ ਵੀ ਹੈਗਾ, ਤੇ ਰਹਿਮ ਕਰਨ ਵਾਲਾ ਵੀ ਹੈਗਾ, ਔਰ ਆ ਤੇਰੀ ਕੁਦਰਤ ਆ, ਤੂੰ ਇਹਦੇ ਵਿੱਚ ਹੈਗਾ ਮਾਲਕਾ। ਇਹ ਕੁਦਰਤ ਤੂੰ ਬਣਾਈ ਆ, ਤੂੰ ਇਹਦੇ ਵਿੱਚ ਹੈਗਾ ਆ, ਔਰ ਕਿਉਂ ਬਣਾਈ ਆ ਇਹ ਸਾਰਾ ਤੂੰ ਜਾਣਦਾ ਹੈ। ਸ਼ਲੋਕ ਮਹੱਲਾ ਪੰਜਵਾਂ। ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਸੋਏ ਕਿਹਦੇ ਕੋਲੋਂ ਸੁਣ ਰਹੇ ਹਾਂ ਆਪਾਂ? ਸੋਏ ਸੁਣ ਰਹੇ ਹਾਂ ਆਪਾਂ ਗੁਰੂ ਕੋਲੋਂ। ਅਗਿਆਨ ਲੈ ਰਹੇ ਹਾਂ, ਸੋਏ ਸੁਣ ਰਹੇ ਹਾਂ ਪਰਮਾਤਮਾ ਦੀ ਸ਼ੋਭਾ। ਕਹਿੰਦੇ ਇਹਦੇ ਨਾਲ ਕੀ ਹੋਗਾ? ਮਨ ਔਰ ਤਨ ਮੌਲ ਜਾਏਗਾ। ਮਨ ਔਰ ਤਨ ਦੇ ਵਿੱਚ ਜਿਹੜਾ ਹੈਗਾ ਇਹ ਧਿਆਨ ਸਿਮਰਨ ਭਗਤੀ ਕਰਨ ਦੀ ਜਿਹੜੀ ਹੈਗੀ, ਇਸ ਰਸਤੇ ਤੇ ਤੁਰਨ ਦੀ ਜਿਹੜੀ ਹੈਗੀ ਉਮੰਗ ਪੈਦਾ ਹੋ ਜਾਏਗੀ, ਇੱਛਾ ਪੈਦਾ ਹੋ ਜਾਏਗੀ। ਨਾਮ ਜਪੰਦੜੀ ਲਾਲੀ। ਨਾਮ ਜਪਣ ਦੇ ਨਾਲ ਜਦ ਜਪਾਂਗੇ ਤੇ ਲਾਲੀ ਚੜ ਜਾਏਗੀ ਭਾਈ। ਰੂਪ ਸੋਹਣਾ ਰੂਪ ਹੋ ਜਾਏਗਾ। ਨਾਮ ਜਪੰਦੜੀ ਲਾਲੀ। ਪੰਧ ਜੁਲੰਦੜੀ ਮੇਰਾ ਅੰਦਰ ਠੰਡਾ। ਅੰਦਰ ਠੰਡਾ ਕਦੋਂ ਹੋਏਗਾ? ਜਦ ਜਿਹੜਾ ਹੈਗਾ ਪੈਂਡਾ ਕੋਈ ਜਿਹੜਾ ਹੈਗਾ ਪੈਂਡਾ ਚੱਲਿਆ ਜਾਏਗਾ। ਜਦ ਕੋਈ ਪੈਂਡਾ ਕਵਰ ਕਰਾਂਗੇ ਆਪਾਂ ਡਿਸਟੈਂਸ। ਪੰਧ ਜੁਲੰਦੜੀ ਕੀ ਮਤਲਬ? ਮਾਲਕ ਨੇ ਆਪਣੇ ਆਪ ਸਟੈਪ ਅਪ ਕਰ ਦੇਣਾ ਹੈ, ਆਪਣੇ ਆਪ ਸਟੈਪ ਅਪ ਕਰ ਦੇਣਾ ਹੈ। ਉਹ ਹੈਗਾ ਰਸਤਾ, ਉਹਨਾਂ ਰਸਤਾ ਕੱਟਿਆ ਗਿਆ ਰਸਤਾ। ਮੇਰਾ ਅੰਦਰ ਠੰਡਾ ਹੋ ਜਾਏਗਾ ਭਾਈ। ਪੰਧ ਜਿਹੜਾ ਹੈਗਾ ਮਾਲਕ ਨੇ ਕਟਾਉਣਾ ਹੈ ਭਾਈ। ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ। ਨਾਮ ਜਪੰਦੜੀ ਕੀ ਹੈ? ਪ੍ਰੈਕਟੀਕਲ। ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਗੁਰੂ ਦੇ ਦਰਸ਼ਨਾਂ ਦੇ ਨਾਲ ਭਾਈ ਨਿਹਾਲੋ ਨਿਹਾਲ ਹੋ ਗਈ, ਜਿਹੜਾ ਮੈਨੂੰ ਇਸ ਪਾਸੇ ਲਾ ਦਿੱਤਾ। ਇਹ ਸਾਰਾ ਕੁਝ ਗੁਰੂ ਦੇ ਨਾਲ ਹੋਣਾ ਹੈ। ਮਾਲਕ ਪਰਮਾਤਮਾ ਜਿਹੜਾ ਹੈਗਾ ਆਉਣਾ ਹੈ, ਪ੍ਰਗਟ ਹੋਣਾ ਹੈ, ਤੇ ਆਇਆ ਗੁਰੂ ਦੇ ਦੁਆਰਾ ਹੋਣਾ ਸਾਰਾ ਦਾ ਸਾਰਾ। ਇਹ ਸਾਰੀਆਂ ਦਾਸੇ ਨੇ ਪਹਿਲਾਂ ਦੇਖੋ, ਪਹਿਲਾਂ ਸੋਏ ਹੈਗੀ ਮਾਲਕ ਪਰਮਾਤਮਾ ਦੀ, ਉਹਦੇ ਨਾਲ ਆਪਣੇ ਅੰਦਰ ਇੱਛਾ ਜਾਗਣੀ ਇਸ ਰਸਤੇ ਤੇ ਤੁਰਨ ਦੀ। ਫਿਰ ਜਿਹੜਾ ਪ੍ਰੈਕਟੀਕਲ ਕਰਾਂਗੇ ਤੇ ਜਿਹੜਾ ਹੈਗਾ ਆਪਣੇ ਅੰਦਰ ਜਿਹੜੀ ਹੈਗੀ ਲਾਲੀ ਆ ਜਾਏਗੀ। ਨਾਮ ਜਦ ਪ੍ਰਗਟ ਹੋ ਗਿਆ ਤੇ ਦਰਸ਼ਨ ਹੋ ਜਾਣਗੇ। ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਔਰ ਜਿਵੇਂ ਜਿਵੇਂ ਜਿਹੜਾ ਹੈਗਾ ਸਟੈਪ ਅਪ ਹੋਈ ਜਾਵਾਂਗੇ ਤੇ ਅੰਦਰ ਜਿਹੜੀ ਠੰਡਕ ਆਈ ਜਾਊਗੀ। ਗੁਰ ਦਰਸ਼ਨ ਦੇਖ ਨਿਹਾਲੀ। ਗੁਰੂ ਦੇ ਦਰਸ਼ਨ ਜਿਹੜੇ ਦੇਖ ਕੇ ਆ ਕੁਛ ਹੋ ਗਿਆ ਭਾਈ, ਔਰ ਮਾਲਕ ਦੇ ਦਰਸ਼ਨ ਹੋ ਜਾਣਗੇ। ਮਹੱਲਾ ਪੰਜਵਾਂ। ਹੱਠ ਮਜਾਹੂੰ ਮੈਂ ਮਾਣਕ ਲੱਦਾ। ਕਹਿੰਦੇ ਆਪਣੇ ਸਰੀਰ ਦੇ ਅੰਦਰ ਹੀ, ਇਸ ਹੱਟੀ ਦੇ ਅੰਦਰ ਹੀ ਮੈਨੂੰ ਜਿਹੜਾ ਹੈਗਾ ਬਹੁਤ ਹੀ ਕੀਮਤੀ ਜਿਹੜਾ ਹੈਗਾ ਹੀਰਾ ਲੱਭ ਗਿਆ ਭਾਈ, ਮਾਣਕ ਲੱਭ ਗਿਆ, ਬਹੁਤ ਕੀਮਤੀ ਪਰਮੇਸ਼ਰ ਦਾ ਨਾਮ। ਮੁੱਲ ਨਾ ਗਿੱਦਾ ਮੈਕੂ ਸਤਿਗੁਰੇ ਦਿੱਤਾ। ਆ ਧਿਆਨ ਸਿਮਰਨ ਦਾ ਮਾਣਕ ਆ ਮਾਣਕ ਮਿਲ ਗਿਆ ਮੈਨੂੰ। ਮੈਂ ਮੁੱਲ ਨਾ ਗਿੱਦਾ ਮੈਕੂ ਸਤਿਗੁਰੇ ਦਿੱਤਾ। ਮੈਨੂੰ ਗੁਰੂ ਨੇ ਦਿੱਤਾ ਹੈ। ਕਿਤੇ ਹੋਰ ਜਿਹੜਾ ਹੈਗਾ ਜਾ ਕੇ ਆਪਾਂ ਨਹੀਂ ਖਰੀਦ ਸਕਦੇ ਕੁਛ ਦੇ ਕੇ। ਟੂੰਡ ਵਜਾਈ ਥੀਆ ਥਿੱਤਾ। ਮੇਰੀ ਢੂੰਡ ਵਜਾਈ, ਢੂੰਡ ਮੇਰੀ ਖਤਮ ਹੋ ਗਈ।
ਥੀਆ ਥਿੱਤਾ ਕੀ ਹੋ ਗਿਆ? ਮਨ ਸਥਿਤ ਹੋ ਗਿਆ। ਥੀਆ ਥਿੱਤਾ ਮਨ ਖੜਾ ਹੋ ਗਿਆ। ਜਨਮ ਪਦਾਰਥ ਨਾਨਕ ਜਿੱਤਾ, ਮਨੁੱਖੀ ਜੂਨ ਪਾਈ ਸੀਗੀ ਤੇ ਆ ਨਾਮ ਪਦਾਰਥ ਮਿਲ ਗਿਆ, ਇਹ ਜਨਮ ਪਦਾਰਥ ਜਿੱਤਿਆ ਗਿਆ। ਹੱਠ ਮਜਾਹੂ ਮੈਂ ਮਾਣਕ ਲੱਦਾ, ਕਿੱਥੋਂ ਮਿਲਿਆ? ਆਪਣੇ ਅੰਦਰੋਂ ਹੀ ਮਿਲਿਆ ਇਹ ਨਾਮ ਪਦਾਰਥ। ਮੁੱਲ ਨਾ ਗਿੱਧਾ ਮੈਂ ਕੋ ਸਤਿਗੁਰੇ ਦਿੱਤਾ, ਮੈਂ ਮੁੱਲ ਨਹੀਂ ਲਿਆ ਪਾਏ, ਮੈਨੂੰ ਗੁਰੂ ਨੇ ਦਿੱਤਾ ਹੈ। ਗੁਰੂ ਨੇ ਦੱਸਿਆ ਵੀ ਇਸ ਤਰੀਕੇ ਦੇ ਨਾਲ ਮਿਲਦਾ ਹੈ। ਇਸ ਤਰ੍ਹਾਂ ਬੈਠ ਸੁਣ ਦੇ ਵਿੱਚ ਆਪਣੇ ਵਿਚਾਰ ਬੰਦ ਕਰ, ਰੋਜ਼ ਇਹ ਕੰਮ ਕਰ, ਰੋਜ਼ ਜਿਹੜਾ ਗੁਰੂ ਨੂੰ ਕੰਸਲਟ ਕਰ। ਮੁੱਲ ਨਾ ਗਿੱਧਾ ਮੈਂ ਕਿਉਂ ਸਤਿਗੁਰੇ ਦਿੱਤਾ, ਟੂੰਡ ਵਜਾਈ ਟੂੰਡ ਮੇਰੀ ਖਤਮ ਹੋ ਗਈ। ਥੀਆ ਥਿੱਤਾ ਮਨ ਖੜਾ ਹੋ ਗਿਆ। ਜਨਮ ਪਦਾਰਥ ਨਾਨਕ ਜਿੱਤਾ, ਔਰ ਜਨਮ ਪਦਾਰਥ ਜਿੱਤ ਲਿਆ। ਮਨੁੱਖਾ ਜੂਨ ਪਾਈ ਸੀਗੀ, ਸਫਲ ਹੋ ਗਈ। ਪੌੜੀ ਜਿਸਕੇ ਮਸਤਕੇ ਕਰਮ ਹੋਏ ਸੋ ਸੇਵਾ ਲਾਗਾ। ਦੇਖ ਲਓ ਭਾਈ ਜਿਹਦੇ ਹੈ ਕਰਮ ਬਣਾਉਣੀ ਆਪਾਂ ਆਏ ਆ, ਇਹ ਕਰਮ ਹੀ ਇਹਦੇ ਵਾਸਤੇ ਆਪਾਂ ਨੂੰ ਮਨੁੱਖੀ ਜੂਨ ਮਿਲੀ ਹੋਈ ਹੈ। ਇਹ ਭਾਗ ਬਣਦੇ ਆ ਜੇ ਆਪਾਂ ਉਹ ਮਿੱਤਰ ਪਿਆਰੇ ਨੂੰ ਜਿਹੜਾ ਮਿੱਤਰ ਬਣਾ ਲਾਂਗੇ ਤੇ, ਔਰ ਗੁਰੂ ਨੂੰ ਜਿਹੜਾ ਹੈਗਾ ਗੁਰੂ ਦੇ ਨਾਲ ਗੁਰੂ ਕੋਲੋਂ ਕੋਚਿੰਗ ਲਈ ਜਾਵਾਂਗੇ। ਜਿਸਕੇ ਮਸਤਕੇ ਕਰਮ ਹੋਏ ਸੋ ਸੇਵਾ ਲਾਗਾ, ਉਹ ਲੱਗ ਗਿਆ ਸੇਵਾ ਦੇ ਉੱਤੇ ਪਾਏ। ਜਿਹਨੇ ਮਾਲਕ ਪਰਮਾਤਮਾ ਨੂੰ ਮਿੱਤਰ ਬਣਾਉਣਾ ਜਿਹੜਾ ਹੈਗਾ ਐਕਸੈਪਟ ਕਰ ਲਿਆ। ਜਿਸ ਗੁਰਮਿਲ ਕਮਲ ਪ੍ਰਗਾਸਿਆ ਸੋ ਅੰਦਿਨ ਜਾਗਾ, ਔਰ ਕਮਲ ਇਸ ਤਰ੍ਹਾਂ ਪ੍ਰਕਾਸ਼ ਹੋ ਜਾਂਦਾ ਹੈ, ਇਹਦੇ ਵਿੱਚੋਂ ਨਿਕਲ ਜਾਂਦਾ ਹੈ ਸੰਸਕਾਰ ਜਿਹੜੇ ਆਪਾਂ ਨੂੰ ਜਿਹੜੇ ਹੈਗੇ ਇਹ ਲੀਹਾਂ ਜਿਹੜੀਆਂ ਹੈਗੀਆਂ ਆਪਾਂ ਨੂੰ ਅਮਲ ਜਿਹੜੇ ਹੈਗੇ ਆਪਣੇ ਇਹ ਅਮਲ ਖਤਮ ਹੋ ਜਾਂਦੇ। ਅੰਦਿਨ ਜਾਗਦਾ ਹੈ। ਜਾਗਣਾ ਕੀ ਹੈਗਾ? ਅੰਦਿਨ ਭਗਤੀ ਕਰਦਾ ਹੈ ਭਾਈ, ਮਾਇਆ ਦੇ ਵੱਲੋਂ ਆਪਣੇ ਆਪ ਨੂੰ ਰੋਕਦਾ ਹੈ, ਓਨਾ ਹੀ ਲੈਂਦਾ ਹੈ ਜਿੰਨੇ ਕੁ ਦੀ ਜ਼ਰੂਰਤ ਹੈਗੀ, ਔਰ ਲੈ ਕੇ ਔਰ ਉਹਨੂੰ ਭੁੱਲ ਜਾਂਦਾ ਹੈ ਮਾਇਆ ਨੂੰ। ਬਸ ਇਹ ਉਹਦੇ ਵਾਸਤੇ ਜੀਵਨ ਨਹੀਂ ਗੁਜ਼ਾਰਦਾ, ਮਾਇਆ ਦੇ ਵਾਸਤੇ। ਜਿਸਕੇ ਮਸਤਕੇ ਕਰਮ ਹੋਏ ਸੋ ਸੇਵਾ ਲਾਗਾ, ਜਿਸ ਗੁਰਮਿਲ ਕਮਲ ਪ੍ਰਗਾਸਿਆ ਸੋ ਅੰਦਿਨ ਜਾਗਾ, ਲੱਗਾ ਰੰਗ ਚਰਨਾਰਬਿੰਦ ਸਭ ਪਰਮ ਪਉ ਭਾਗਾ। ਆਇਆ ਚਰਨਾਰਬਿੰਦ ਪਰਮੇਸ਼ਰ ਦਾ ਧਿਆਨ ਸਿਮਰਨ ਦਾ ਰੰਗ ਲੱਗ ਗਿਆ ਉਹਨੂੰ। ਜਿਹੜਾ ਇੱਕ ਵਾਰੀ ਸੁਣ ਦੇ ਵਿੱਚ ਬੈਠ ਗਿਆ, ਜਿਹਨੇ ਥੋੜਾ ਵੀ ਜਿਹੜਾ ਹੈਗਾ, ਜਿਹਨੇ ਅੱਧਾ ਮਿੰਟ ਵੀ ਜਿਹੜਾ ਹੈਗਾ ਸੁਣ ਚੁੱਪ ਕਰਕੇ ਬੈਠ ਗਿਆ ਜਿਹੜਾ, ਉਹ ਤਾਂ ਕਦੀ ਹਟੇਗਾ ਹੀ ਨਹੀਂ ਭਾਈ। ਲੱਗਾ ਰੰਗ ਚਰਨਾਰਬਿੰਦ ਸਭ ਪਰਮ ਪਉ ਭਾਗਾ, ਸਾਰਾ ਭਰਮ ਮਾਇਆ ਜਿਹੜੀ ਧੋਖਾ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਆਪਾਂ ਆਪਣੀ ਵਡਿਆਈ ਚਾਹੁੰਦੇ, ਆਪਣੀ ਸੋਭਾ ਚਾਹੁੰਦੇ, ਆਪਾਂ ਜਾ ਕੇ ਜਿਹੜਾ ਹੈਗਾ ਹਰ ਜਗ੍ਹਾ ਤੇ ਦੁਨੀਆ ਦੇ ਜਿਹੜੇ ਹੈਗੇ ਫੋਕਾ ਜਿਹੜਾ ਹੈਗਾ ਆਪਣਾ ਜਿਹੜਾ ਉਹਦੇ ਵਾਸਤੇ ਆਪਾਂ ਜੀਵਨ ਪੂਰਾ ਗੁਜ਼ਾਰ ਦਿੰਦੇ ਹਾਂ। ਇਹ ਮਾਇਆ, ਇਹ ਭਰਮ, ਇਹ ਧੋਖਾ, ਇਹ ਡਰ ਮਾਇਆ ਦਾ ਸਾਰਾ ਦੂਰ ਹੋ ਜਾਂਦਾ। ਇਹ ਹੰਕਾਰ। ਲੱਗਾ ਰੰਗ ਚਰਨਾਰਬਿੰਦ ਸਭ ਭਰਮ ਪਉ ਭਾਗਾ, ਆਤਮ ਜਿੱਤਾ ਗੁਰਮਤੀ ਆਗੰਚਤ ਭਾਗਾ। ਆਤਮ ਜਿੱਤਾ, ਦੇਖੋ ਹੁਣ ਆਤਮ ਜਿੱਤਾ ਕਹਿ ਰਹੇ। ਆਤਮ ਜਿੱਤਾ ਕੀ ਹੈ? ਮਨ ਜੀਤਾ, ਮਨ ਨੂੰ ਜਿੱਤ ਲਿਆ, ਆਤਮਾ ਤੱਕ ਪਹੁੰਚ ਗਿਆ। ਆਤਮਾ ਤੱਕ ਪਹੁੰਚਣਾ ਸੀ, ਇਹਦੇ ਅੰਦਰ ਆਤਮਾ ਸੀਗੀ, ਆਪਣੇ ਅੰਦਰ ਉੱਥੇ ਤੱਕ ਜਾਣਾ ਸੀਗਾ। ਇਹ ਗੜ ਨੂੰ ਜਿੱਤ ਲਿਆ। ਇਹ ਜਿਹੜਾ ਹੈਗਾ ਕਿਉਂ ਲੀਜੇ ਗੜ ਬੰਕਾ ਪਾਏ ਦੋਵਰ ਕੋਟ ਔਰ ਤੇਵਰ ਖਾਈ, ਜਿੱਤ ਲਿਆ ਇਸ ਨੂੰ। ਆਤਮ ਜਿੱਤਾ ਗੁਰਮਤੀ, ਗੁਰੂ ਦੀ ਮੱਤ ਦੇ ਦੁਆਰਾ, ਗੁਰੂ ਦੀ ਕੋਚਿੰਗ ਦੇ ਦੁਆਰਾ। ਆਗੰਚਤ ਭਾਗਾ, ਆਗੰਜਤ ਕੌਣ? ਉਹ ਪਰਮਾਤਮਾ ਅਵਿਨਾਸੀ। ਭਾਗਾ ਮਤਲਬ ਪਾ ਲਿਆ, ਮਿਲ ਗਿਆ। ਜਿਸੇ ਤੇ ਆਇਆ ਭਾਰ ਬ੍ਰਹਮ ਸੋ ਕਲ ਮੈਂ ਧਾਗਾ। ਜਿਸਨੇ ਵੀ ਆ ਧਿਆਨ ਸਿਮਰਨ ਕੀਤਾ ਪਰਮੇਸ਼ਰ ਦਾ ਕਲ ਦੇ ਵਿੱਚ, ਕਲਾ ਦੇ ਯੁੱਗ ਦੇ ਵਿੱਚ, ਉਹ ਜਿਹੜਾ ਹੈਗਾ ਤੱਗ ਗਿਆ। ਕੀ ਹੁੰਦਾ ਜੀ? ਤੱਗ ਗਿਆ ਦਾ ਮਤਲਬ ਆ ਉਹ ਮਾਇਆ ਦਾ ਟਾਕਰਾ ਕਰ ਲਿਆ ਉਹਨੇ। ਨਹੀਂ ਤਾਂ ਮਾਇਆ ਜਿਹੜੀ ਹੈਗੀ ਕਿਸੇ ਨੂੰ ਤੱਗਣ ਨਹੀਂ ਦਿੰਦੀ। ਜਿਸੇ ਤੇ ਆਇਆ ਭਾਰ ਬ੍ਰਹਮ ਸੋ ਕਲ ਮੈਂ ਧਾਗਾ। ਜਿਹਨੇ ਧਿਆਨ ਸਿਮਰਨ ਕਰਨਾ, ਜਿਹਨੇ ਮਨ ਨੂੰ, ਮਾਇਆ ਤਾਂ ਹੈਗੀ ਵਿਚਾਰ,
ਜਿਹਨੇ ਮਾਇਆ ਨੂੰ ਪਾਸੇ ਕਰਨਾ ਸਿੱਖ ਲਿਆ, ਮਾਇਆ ਆਪਾਂ ਨੂੰ ਵਿਚਾਰਾਂ ਦੇ ਦੁਆਰਾ ਧੋਖਾ ਦਿੰਦੀ ਆ, ਜਿਹਨੇ ਮਾਇਆ ਨੂੰ ਧੋਖਾ ਦੇਣਾ ਸਿੱਖ ਲਿਆ ਭਾਈ, ਉਹ ਕਲਯੁਗ ਦੇ ਵਿੱਚ ਤੱਕ ਗਿਆ। ਮਾਇਆ ਨੂੰ ਧੋਖਾ ਦੇਣਾ ਕੀ ਹੈ? ਵਿਚਾਰਾਂ ਨੂੰ ਬੰਦ ਕਰਨਾ। ਜਿਸਨੇ ਤੇ ਆਇਆ ਪਾਰ ਬ੍ਰਹਮ ਸੋ ਕਲ ਮੈਂ ਧਾਗਾ, ਸਾਧੂ ਸੰਗਤ ਨਿਰਮਲਾ 68 ਮਜਨਾਗਾ। ਆਇਆ ਸਾਧੂ ਸੰਗਤ, ਆਇਆ ਗੁਰੂ ਦੀ ਸੰਗਤ, ਇਹਦੇ ਨਾਲ ਨਿਰਮਲ ਹੁੰਦੇ ਆ ਭਾਈ। 68 ਤੀਰਥਾਂ ਦਾ ਮਜਨ, ਇਹਦੇ ਨਾਲ ਸਾਰੇ ਤੀਰਥ ਹੋ ਜਾਂਦੇ ਆ। ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ। ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਕਹਿੰਦੇ ਉਹ ਤਾਂ ਬੜੇ ਹੀ ਭਾਗਾਂ ਵਾਲਾ ਹੈਗਾ ਜਿਸ ਨੇ ਇਹ ਯਾਤਰਾ ਕਰ ਲਈ। ਨਾਨਕ ਤਿਸ ਬਲਿਹਾਰ ਨੇ ਜਿਸ ਏਵੜ ਭਾਗਾ। ਕਹਿੰਦੇ ਮੈਂ ਤਾਂ ਉਸ ਤੋਂ ਬਲਿਹਾਰਿਆਂ ਪਾਏ ਜਿਹਦੇ ਇੰਨੇ ਚੰਗੇ ਭਾਗ ਹੈਗੇ ਆ, ਜਿਸ ਇਨਸਾਨ ਦੇ ਇੰਨੇ ਵਧੀਆ ਭਾਗ ਹੈਗੇ। ਕਹਿੰਦੇ ਮੈਂ ਤਾਂ ਉਸ ਤੋਂ ਬਲਿਹਾਰ ਜਾਣਾ ਹੈ। ਇੱਕ ਹੋਰ ਲੈ ਲਈਏ ਪੌੜੀ। ਸ਼ਲੋਕ ਮਹਲਾ ਪੰਜਵਾਂ। ਜਾਂ ਪੇਰੇ ਅੰਦਰ ਤਾਂ ਧਨ ਬਾਹਰ। ਇਹ ਤਨ ਜਿਹੜੀ ਹੈਗੀ ਆ, ਇਹ ਤਨ ਜਿਹੜਾ ਹੈਗਾ, ਇਹ ਮਾਇਆ ਦੀ ਗੱਲ ਹੋ ਰਹੀ ਹੈ। ਧਨ ਆਪਣੇ ਅੰਦਰ ਜਿਹੜੀ ਹੈਗੀ ਆ, ਇਹ ਜਿਹੜੇ ਮਨ ਮਤ ਕਰਕੇ ਜਿਹੜਾ ਹੈਗਾ ਆਪਾਂ ਬਾਹਰ ਜਾਂਦੇ ਹਾਂ, ਬਾਹਰ ਚੋਗੇ ਦੇ ਉੱਤੇ। ਕਹਿੰਦੇ ਜੇ ਪਰਮਾਤਮਾ ਅੰਦਰ ਹੋ ਜਾਏ, ਜੇ ਪਰਮੇਸ਼ਰ ਦਾ ਧਿਆਨ ਆਪਣੇ ਧਿਆਨ ਦੇ ਵਿੱਚ ਮਾਲਕ ਆ ਜਾਏ, ਤੇ ਜਿਹੜੇ ਹੈਗੇ ਇਹ ਮਾਇਆ ਜਿਹੜੀ ਹੈਗੀ ਇਹ ਬਾਹਰ ਹੋ ਜਾਏਗੀ ਭਾਈ। ਦੋਨੋਂ ਇਕੱਠੇ ਇੱਕ ਜਗ੍ਹਾ ਤੇ ਨਹੀਂ ਰਹਿ ਸਕਦੇ। ਧਿਆਨ ਔਰ ਮਾਇਆ ਇੱਕ ਜਗ੍ਹਾ ਨਹੀਂ ਟਿਕ ਸਕਦੇ ਭਾਈ। ਜਾਂ ਪੇਰੇ ਅੰਦਰ ਤਾਂ ਧਨ ਬਾਹਰ, ਜਾਂ ਫਿਰ ਬਾਹਰ ਤਾਂ ਧਨ ਮਾਹਰ। ਜੇ ਮਾਲਕ ਪਰਮਾਤਮਾ ਮਿੱਤਰ ਪਿਆਰੇ ਨੂੰ ਛੱਡ ਦਈਏ ਤੇ ਫਿਰ ਤਾਂ ਭਾਈ, ਫਿਰ ਤਾਂ ਮਾਇਆ ਮਾਰ ਹੈ ਪੂਰੀ ਦੀ ਪੂਰੀ। ਮਾਇਆ ਦਾ ਰਾਜ ਹੈ ਭਾਈ। ਕਾਮ ਕ੍ਰੋਧ ਲੋਭ ਓਂਕਾਰ ਇੱਥੇ ਫੂੰ ਫੂੰ ਕਰਦੇ ਫਿਰਦੇ ਆ, ਪੂਰਾ ਤਹਿਸ ਨਹਿਸ ਕਰ ਦਿੰਦੇ ਇਸ ਸਰੀਰ ਨੂੰ, ਇਸ ਬਗੀਚੀ ਨੂੰ। ਜਾਂ ਪੇਰੇ ਅੰਦਰ ਤਾਂ ਤਨ ਬਾਹਰ, ਜਾਂ ਫਿਰ ਬਾਹਰ ਤਾਂ ਧਨ ਮਾਹਰ। ਬਿਨ ਨਾਮੇ ਬਹੁ ਫੇਰ ਫਿਰਾਹਰ। ਕਹਿੰਦੇ ਨਾਮ ਤੋਂ ਬਗੈਰ, ਬਸ ਇਹ ਧਿਆਨ ਸਿਮਰਨ ਤੋਂ ਬਗੈਰ, ਇਹ ਫਿਰ ਤੋਂ ਬਗੈਰ, ਕਹਿੰਦੇ ਬਸ ਫੇਰ ਤਾਂ ਪਈ, ਫੇਰ ਹੀ ਫੇਰ ਹੈਗੇ ਆ ਜੂਨਾਂ ਦੇ, ਫੇਰ ਹੀ ਫੇਰ ਹੈਗੇ। ਫਿਰੀ ਜਾਓ ਜੂਨਾਂ ਦੇ ਵਿੱਚ, ਫੇਰ ਫਿਰਾਹਰ। ਸਤਿਗੁਰੇ ਸੰਗ ਦਿਖਾਇਆ ਜਾਹਰ। ਔਰ ਗੁਰੂ ਨੇ ਜਿਹੜਾ ਉਹ ਮਿੱਤਰ ਪਿਆਰਾ ਵਿੱਚ ਵਿਚੋਲੇ ਨੇ ਕੀ ਕੀਤਾ? ਉਹ ਮਾਲਕ ਪਰਮਾਤਮਾ ਜਾਹਰਾ ਜ਼ਹੂਰ ਦਿਖਾ ਦਿੱਤਾ ਭਾਈ। ਜਨ ਨਾਨਕ ਸੱਚੇ ਸੱਚ ਸਮਾਹਰ। ਇਸ ਤਰੀਕੇ ਦੇ ਨਾਲ ਉਹ ਸੱਚੇ ਮਾਲਕ ਪਰਮਾਤਮਾ ਦੇ ਵਿੱਚ ਸੱਚ ਦੇ ਦੁਆਰਾ ਇਸ ਤਰ੍ਹਾਂ ਜਿਹੜੇ ਹੈਗੇ ਇਹ ਕੱਚ ਕੀ ਹੈ? ਮਾਇਆ ਵਿਚਾਰ, ਇਹਨਾਂ ਨੂੰ ਹਟਾ ਕੇ ਹੋਰ ਉਹਦੇ ਵਿੱਚ ਸਮਾਈ ਹੋ ਜਾਂਦੀ ਹੈ। ਜਾਂ ਜਨ ਨਾਨਕ ਸੱਚੇ ਸੱਚ ਸਮਾਹਰ। ਮਹੱਲਾ ਪੰਜਵਾਂ। ਆਹਰ ਆਹਰ ਸਭੇ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੂਝੈ ਕੋਏ। ਹੁਣ ਜੇ ਆਪਾਂ ਗੁਰਬਾਣੀ ਦੇ ਦਰਸ਼ਨ ਹੀ ਨਹੀਂ ਕਰਾਂਗੇ, ਵੈਸੇ ਹੀ ਜਿਹੜਾ ਕਥਾ ਸੁਣੀ ਜਾਵਾਂਗੇ, ਆਪਾਂ ਕਿਵੇਂ ਪਤਾ ਲੱਗੂਗਾ ਪਾਏ? ਇਹ ਤੇ ਆਹਰ ਸ਼ਬਦ ਜਿਹੜਾ ਹੈਗਾ 3 ਵਾਰੀ ਆਇਆ, ਆਹਰ ਸ਼ਬਦ, ਔਰ ਤਿੰਨੋਂ ਵਾਰੀ ਜਿਹੜਾ ਹੈਗਾ ਇਹਦਾ ਰੂਪ ਅਲੱਗ ਹੈਗਾ। ਪਹਿਲੇ ਆਹਰ ਦੇ ਵਿੱਚ ਰਾਰੇ ਨੂੰ, ਆਖਰੀ ਰਾਰਾ ਜਿਹੜਾ ਹੈਗਾ ਉਹਨੂੰ ਕੁਛ ਨਹੀਂ ਹੈਗਾ, ਐੜੇ ਨੂੰ ਕੰਨਾ ਹਾਹਾ ਤੇ ਰਾਰਾ ਲਿਖਿਆ ਹੋਇਆ। ਦੂਜੇ ਆਹਰ ਦੇ ਵਿੱਚ ਐੜੇ ਨੂੰ ਕੰਨਾ ਹਾਹਾ ਤੇ ਰਾਰਾ ਤੇ ਉਹਨੂੰ ਔਂਕੜ ਲੱਗੀ ਹੋਈ ਹੈ। ਤੀਜੇ ਆਹਰ ਦੇ ਵਿੱਚ ਐੜੇ ਨੂੰ ਕੰਨਾ ਹਾਹਾ ਤੇ ਰਾਰੇ ਨੂੰ ਸਿਆਰੀ ਲੱਗੀ ਹੋਈ ਹੈ। ਇਹਨੂੰ ਪੜ੍ਹਨਾ ਭਾਵੇਂ ਭਾਈ ਆਹਰ ਹੀ ਪੜ੍ਹੀ ਜਾਓ। ਪੜ੍ਹਨਾ ਮੇਨ ਕ੍ਰਾਈਟੇਰੀਆ ਨਹੀਂ ਹੈ, ਕ੍ਰਾਈਟੇਰੀਆ ਹੈਗਾ ਇਹਨੂੰ ਸਮਝਣਾ। ਇਹ ਵਿਆਕਰਣ ਹੈਗੀ ਗੁਰਬਾਣੀ ਦੀ। ਆਹਰ ਸਭੇ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਇੱਥੇ ਪਹਿਲੇ ਆਹਰ ਨੂੰ ਮੁਕਤਾ ਹੈਗਾ ਨਾ, ਮੁਕਤਾ, ਹਾਂ ਰਾਰਾ ਮੁਕਤਾ ਹੈਗਾ। ਮਤਲਬ
ਵੀ ਬਹੁਤ ਸਾਰੇ ਜਿਹੜੇ ਹੈਗੇ ਇਨਸਾਨ ਜਿਹੜੇ ਹੈਗੇ ਆ ਚਾਰੋਂ ਪਾਸੇ ਜਿਹੜਾ ਹੈਗਾ ਭਗਤੀ ਦੇ ਨਾਮ ਦੇ ਉੱਤੇ ਕੁਛ ਦਾ ਕੁਛ ਨੌਣਾ ਤੋਣਾ ਪਾਠ ਸਾਰਾ ਕੁਛ ਕਰੀ ਜਾਂਦਾ ਹੈ। ਕਿਤੇ ਤੀਰਥਾਂ ਤੇ ਜਾਣਾ, ਕਿਤੇ ਜਿਹੜਾ ਹੈਗਾ ਸਾਰਾ ਕੁਛ ਕਰ ਰਿਹਾ ਹੈ। ਦੇਖ ਲਓ, ਕਿਤੇ ਕਥਾ ਸੁਣਦਾ ਹੈ, ਕਿਤੇ ਕੁਛ ਕਰਦਾ ਹੈ, ਕਿਤੇ ਜਿਹੜਾ ਹੈਗਾ ਕੀਰਤਨ ਲਾ ਲੈਂਦਾ ਹੈ, ਕਿਤੇ ਕੁਛ, ਸਾਰਾ ਕੁਛ ਕਰਦਾ ਹੈ। ਆਹਰ ਇੱਕ ਨਾ ਹੋਏ। ਅੱਗੇ ਰਾਰੇ ਨੂੰ ਔਂਕੜ ਲਾ ਕੇ ਕਹਿੰਦੇ ਇੱਕ ਖਾਸ ਜਿਹੜਾ ਕੰਮ ਕਰਨ ਵਾਲਾ ਹੈਗਾ ਉਹ ਕੰਮ ਨਹੀਂ ਕਰਦਾ, ਉਹ ਨਹੀਂ ਹੁੰਦਾ ਇਹਦੇ ਕੋਲੋਂ। ਕਿਤੇ ਸੇਵਾ ਕਰੀ ਜਾਊਗਾ ਜਾ ਕੇ 3-3 4-4 5-5 ਘੰਟੇ ਜਿਹੜਾ ਹੈਗਾ, ਕਿਤੇ ਰਹਿਣ ਸੁਹਾਈਆਂ ਦੇ ਵਿੱਚ, ਕਿਤੇ ਕੁਛ ਹਰ ਪਾਸੇ ਜਾਊਗਾ, ਪਰ ਆਹਰ ਨਹੀਂ ਕਰਦਾ। ਆਪਣੇ ਆਪ ਨੂੰ ਆਪਣੇ ਵਿਚਾਰਾਂ ਨੂੰ ਬੰਦ ਨਹੀਂ ਕਰਦਾ, ਬੈਠਦਾ ਨਹੀਂ ਹੈ, ਆਪਣੇ ਅੰਦਰ ਨਹੀਂ ਵੜਦਾ, ਆਪਣੇ ਮਨ ਨੂੰ ਨਹੀਂ ਫੜਦਾ। ਆਹਰ ਸਭੇ ਕਰਦਾ ਫਿਰੇ, ਆਹਰ ਇੱਕ ਨਾ ਹੋਏ। ਆ ਨਹੀਂ ਹੁੰਦਾ ਇਹਦੇ ਕੋਲੋਂ, ਆ ਕੰਮ ਨਹੀਂ ਹੁੰਦਾ ਇਸ ਕੋਲੋਂ। ਨਾਨਕ ਜਿਤ ਆਹਰੇ ਜਗ ਉਦਰੈ, ਵਿਰਲਾ ਬੂਝੈ ਕੋਏ। ਪਰ ਇਹੀ ਆਹਰ ਹੈਗਾ ਬਾਈ ਜਿਹਦੇ ਕਰਨ ਦੇ ਨਾਲ ਇਹ ਸਾਰਾ ਸੰਸਾਰ ਜਿਹੜਾ ਹੈਗਾ ਉਧਰ ਜਾਂਦਾ ਹੈ। ਔਰ ਇਸ ਆਹਰ ਨੂੰ ਜਿਹੜਾ ਹੈਗਾ ਕੋਈ ਟਾਵਾਂ ਜਿਹੜਾ ਹੈਗਾ ਬੁੱਝਦਾ ਹੈ ਭਾਈ, ਕੋਈ ਟਾਵਾਂ ਬੁੱਝਦਾ ਹੈ ਭਾਈ। ਨਾਨਕ ਜਿਤ ਆਹਰ, ਰਾਰੇ ਦੀ ਸਿਆਰੀ ਹੈ, ਜਿਸ ਆਹਰ ਦੇ ਨਾਲ ਜਗ ਉਧਰੈ, ਸਾਰਾ ਸੰਸਾਰ ਉਧਰ ਜਾਂਦਾ ਹੈ ਸੰਸਾਰ ਸਮੁੰਦਰ ਤੋਂ, ਉਸ ਆਹਰ ਨੂੰ ਕੋਈ ਟਾਵਾਂ ਕੋਈ ਵਿਰਲਾ ਬੁੱਝਦਾ ਹੈ। ਆਇਆ ਗੁਰਬਾਣੀ ਦੀ ਵਿਆਕਰਣ ਪਾਈ। ਮਹੱਲਾ ਪੰਜਵਾਂ। ਆਹਰ ਸਭੇ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਇੱਕ ਦੇ ਫਿਰ ਕੱਕੇ ਨੂੰ ਔਂਕੜ ਲਗਾਇਆ, ਪਰਟੀਕੂਲਰ, ਖਾਸ। ਨਾਨਕ ਜਿਤ ਆਹਰ, ਜਿਸ ਖਾਸ ਆਹਰ ਦੇ ਨਾਲ, ਹੁਣ ਆਹਰ ਰਾਰੇ ਦੀ ਸਿਆਰੀ ਹੈ, ਜਗ ਉਧਰੈ, ਸਾਰੇ ਸੰਸਾਰ ਉਧਰ ਸਕਦਾ ਹੈ, ਉਧਰ ਜਾਂਦਾ ਹੈ। ਵਿਰਲਾ ਬੂਝੇ ਕੋਏ, ਕੋਈ ਟਾਵਾਂ ਜਿਹੜਾ ਹੈ ਬੁੱਝਦਾ ਹੈ। ਪੌੜੀ। ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬਾ। ਕਹਿੰਦੇ ਤੂੰ ਸਾਰਿਆਂ ਤੋਂ ਵੱਡਾ ਹੈ ਮਾਲਕਾ, ਤੇਰਾ ਰੁਤਬਾ ਜਿਹੜਾ ਹੈਗਾ ਸਾਰਿਆਂ ਤੋਂ ਜ਼ਿਆਦਾ ਹੈਗਾ, ਤੇਰਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ। ਤੇਰੇ ਕਰਤਬ, ਤੇਰੇ ਕੰਮ, ਤੇਰੇ ਚੋਜ, ਤੇਰੇ ਰੰਗ ਤਮਾਸ਼ੇ, ਰੰਗ ਬਿਰੰਗੇ, ਰੰਗ ਪਰੰਗ, ਰੰਗ ਬਿਰੰਗੇ, ਅਨੇਕਾਂ ਹੀ ਤੇਰੇ ਤੋਂ ਕਰਤਬ ਨਹੀਂ ਗਿਣੇ ਜਾਂਦੇ ਭਾਈ, ਨਹੀਂ ਗਿਣੇ ਜਾਂਦੇ। ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ। ਤੂੰ ਜੀਆਂ ਦੇ ਵਿੱਚ, ਸਾਰੇ ਜੀਵਾਂ ਦੇ ਵਿੱਚ ਜੀਓ ਜਿਹੜਾ ਹੈਗਾ ਤੂੰ ਹੀ ਹੈਗਾ ਹੈ, ਤੂੰ ਹੀ ਹੈਗਾ ਜਾਨ, ਤੂੰ ਹੀ ਹੈਗਾ ਜੀਓ। ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ। ਔਰ ਸਾਰਾ ਕੁਛ ਪਤਾ ਹੈ ਤੈਨੂੰ, ਜਦ ਤੂੰ ਹੀ ਹੈਗਾ ਸਾਰਿਆਂ ਦੇ ਵਿੱਚ ਤੇ ਤੈਨੂੰ ਤਾਂ ਪਤਾ ਹੀ ਹੈ ਸਾਰਾ ਕੁਛ। ਸਭ ਕੁਛ ਤੇਰੇ ਵਸ, ਤੇਰਾ ਘਰ ਭਲਾ। ਕਹਿੰਦੇ ਸਾਰਾ ਕੁਛ ਤੇਰੇ ਵਸ ਦੇ ਵਿੱਚ ਹੈਗਾ, ਔਰ ਤੇਰਾ ਘਰ ਭਲਾ ਹੈ, ਔਰ ਹਮੇਸ਼ਾ ਰਹਿਣ ਵਾਲਾ ਹੈ ਤੇਰਾ ਘਰ। ਤੇਰੇ ਘਰ ਆਨੰਦ ਵਧਾਈ ਤੁਧ ਘਰ। ਤੇਰੇ ਘਰ 'ਚ ਹਮੇਸ਼ਾ ਹੀ ਖੇੜਾ ਹੈਗਾ, ਹਮੇਸ਼ਾ ਹੀ ਤੇਰੇ ਘਰ ਦਾ ਵਾਧਾ ਹੈ ਹਮੇਸ਼ਾ ਭਾਈ। ਤੇਰਾ ਹੀ ਘਰ ਆ ਵਧਾਈ ਦੇਣ ਜੋਗਾ, ਤੂੰ ਹੀ ਆ ਵਧਾਈ ਦੇਣ ਜੋਗਾ ਭਾਈ। ਤੇਰੇ ਘਰ ਆਨੰਦ ਵਧਾਈ ਤੁਧ ਕਰੇ, ਮਾਣ ਮਹੱਤਾ ਤੇਜ ਆਪਣਾ ਆਪ ਜਰੇ। ਤੂੰ ਕਿੰਨਾ ਕੁ ਤੇਰਾ ਮਾਣ ਆ, ਕਿੰਨੀ ਕੁ ਤੇਰੀ ਮਹੱਤਾ ਹੈ, ਕਿੰਨਾ ਕੁ ਤੇਰਾ ਤੇਜ ਆ, ਤੂੰ ਜਾਣਦਾ ਹੈ, ਤੂੰ ਜਰਦਾ ਹੈ ਭਾਈ। ਸਰਵ ਕਲਾ ਭਰਪੂਰ ਦਿਸੇ ਜਤ ਕਥਾ। ਉਹ ਮਾਲਕ ਪਰਮਾਤਮਾ ਸਾਰੀਆਂ ਕਲਾਵਾਂ, ਸਾਰੀਆਂ ਕਲਾ ਉਹਦੇ ਕੋਲ ਆ, ਮਾਲਕ ਪਰਮਾਤਮਾ ਦੇ ਕੋਲ ਭਰਪੂਰ ਹੈਗਾ ਹਰ ਜਗ੍ਹਾ 'ਤੇ, ਔਰ ਹਰ ਪਾਸੇ ਜਿਹੜਾ ਹੈਗਾ ਜਿੱਥੇ ਕਿਤੇ ਉਹੀ ਮਾਲਕ ਪਰਮਾਤਮਾ ਹੈਗਾ। ਨਾਨਕ ਦਾਸ ਨੇ ਦਾਸ ਤੁਧ ਆਗੇ ਬਿਨ ਮਤਾ। ਔਰ ਜਿਹੜੇ ਅਭਿਆਸੀ ਹੁੰਦੇ ਆ ਉਹਨਾਂ ਨੂੰ ਹਰ ਜਗ੍ਹਾ ਅੰਦਰ ਬਾਹਰ ਉਹ ਮਾਲਕ ਪਰਮਾਤਮਾ ਦਿਸਦਾ ਹੈ। ਮਹਾਰਾਜ ਕਹਿੰਦੇ ਆ ਮੈਂ ਤਾਂ ਤੇਰੇ ਦਾਸਾਂ ਦਾ ਦਾਸ ਜਿਹੜਾ ਹੈਗਾ ਤੇਰੇ ਅੱਗੇ ਨਤਮਸਤਕ ਹੈਗਾ, ਤੇਰੇ ਅੱਗੇ ਨਤਮਸਤਕ ਹੈਗਾ। ਹਾਂ ਜੀ 18 ਹੋ ਗਈਆਂ, 22 ਹੈਗੀਆਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀਓ, ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਹਰ ਜੀ ਸਾਰੀ ਸਾਧ ਸੰਗਤ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿੱਜਰ ਸਾਹਿਬ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਬਾਣੀ ਇੰਨੀ ਵਾਰੀ ਪੜ੍ਹੀ ਹੈਗੀ ਹੈ, ਪਰ ਕਦੀ ਇਸ ਤਰ੍ਹਾਂ ਵਿਚਾਰੀ ਹੀ ਨਹੀਂ, ਆਪਣਾ ਕਦੀ ਸੋਚਿਆ ਹੀ ਨਹੀਂ ਕਿ ਕਰਨਾ ਕਿਉਂ ਲੱਗਾ ਜਾਂ ਆਪਣਾ ਸਿਹਾਰੀ ਕਿਉਂ ਲੱਗੀ ਹੈਗੀ, ਕਦੀ ਵਿਚਾਰਿਆ ਹੀ ਨਹੀਂ ਆਪਣਾ। ਅੱਜ ਬਹੁਤ ਸੁਣਿਆ ਜੀ, ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ। 3 ਵਾਰੀ ਆਇਆ, ਅਲੱਗ ਅਲੱਗ ਮਤਲਬ। ਬਿਲਕੁਲ, ਹਾਂਜੀ। ਇਹ ਚੀਜ਼ ਕਦੀ ਵਿਚਾਰੀ ਨਹੀਂ ਸੀ ਕਿ ਇਸ ਤਰ੍ਹਾਂ ਅੱਡ ਕਿਉਂ ਆਇਆ ਹੈਗਾ। ਬਸ ਇਹ ਚੀਜ਼ ਜਿਹੜੀ ਹੈ ਨਾ, ਦੇਖੋ, ਇਹ ਤਾਂ ਭਾਈ ਰਣਧੀਰ ਸਿੰਘ ਜੀ ਨੇ ਦੇਣਾ ਨਾ, ਉਹਨਾਂ ਦੀ ਜਿਹੜੀ ਹੈਗੀ ਲਗਾ ਮਾਤਰਾ ਦੀ ਵਿਲੱਖਣਤਾ। ਹਾਂ, ਉਹਦੇ ਵਿੱਚ ਜਿਹੜਾ ਹੈਗਾ ਸਭ ਤੋਂ, ਮੈਂ ਨਾ ਜਦ ਮੈਂ 23 ਸਾਲ ਦਾ ਸੀਗਾ ਤੇ ਉਦੋਂ ਜਿਹੜੀ ਹੈਗੀ ਮੇਰੇ ਹੱਥ ਲੱਗ ਗਈ। ਉਦੋਂ ਹੀ ਜਿਹੜੀ ਇਹ ਚੀਜ਼ ਮੈਂ ਕਿਹਾ ਵੀ ਆ ਦੇਖੋ, ਇਸ ਤਰ੍ਹਾਂ ਦੀ ਵਿਆਕਰਣ ਹੈਗੀ ਗੁਰਬਾਣੀ ਦੀ। ਬਹੁਤ ਕਮਾਲ ਦੀ ਵਿਆਕਰਣ ਹੈਗੀ ਗੁਰਬਾਣੀ ਦੀ। ਆਪਣੀ ਵਿਆਕਰਣ ਹੈਗੀ, ਆਪਾਂ ਜਿਹੜੇ ਹੈਗੇ ਬਸ ਅੱਖਰਾਂ ਦੇ ਉੱਤੇ ਚਲੇ ਜਾਂਦੇ ਹਾਂ। ਇਹ ਜਿਹੜੀ ਹੈਗੀ ਬਾਹਰੀ ਜਿਹੜੀ ਹੈਗੀ ਦੁਨੀਆ ਦੀ ਵਿਆਕਰਣ ਨੂੰ ਇਹਦੇ ਵਿੱਚ ਲਾ ਦਿੰਦੇ ਹਾਂ, ਉਹ ਗਲਤ ਆ।